Praise the Lord, House of Glory Punjabi Church. Jai Masih the House of Glory Punjabi Church. This is our stage 4 topic. ਇਹ ਸਾਡੇ ਚੌਥਾ ਹਿੱਸਾ ਹੈ. And the subject for today is spiritual warfare part 1. ਔਰ ਸਾਡਾ ਅੱਜ ਦਾ ਜਿਹੜਾ ਸਬਕ ਹੈ ਉਹ ਵੇ ਆਤਮਿਕ ਲੜਾਈ ਤੇ ਉਹਦਾ ਪਹਿਲਾ ਹਿੱਸਾ. And this is a very interesting subject. ਔਰ ਇਹ ਬਹੁਤ ਜ਼ਿਆਦਾ ਹੀ ਜਿਹੜਾ ਹੈ ਉਹ ਜ਼ਰੂਰੀ ਔਰ ਦਿਲਚਸਪ ਜਿਹੜਾ ਹੈ ਉਹ ਸਬਜੈਕਟ ਹੈ, ਸਬਕ ਹੈ. And this is must for every leader. ਔਰ ਇਹ ਬਹੁਤ ਹੀ ਜ਼ਰੂਰੀ ਹੈ ਸਾਰਿਆਂ ਲੀਡਰਾਂ ਦੇ ਲਈ. Because we have a lot of responsibility as leaders that God has given us. ਔਰ ਸਾਡੇ ਵਾਸਤੇ ਬੜੀ ਵੱਡੀ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਖੁਦਾਵੰਦ ਨੇ ਜਿਹੜੀਆਂ ਸਾਨੂੰ ਦਿੱਤੀਆਂ ਨੇ. So we are going to target spiritual warfare for the church, the body of Christ. ਔਰ ਅਸੀਂ ਜਿਹੜੀ ਆਤਮਿਕ ਲੜਾਈ ਹੈ ਆਤਮਿਕ ਜਿਹੜੀ ਲੜਾਈ ਹੈ ਉਹ ਜਿਹੜੀ ਚਰਚ ਦੇ ਅੰਦਰ ਜਿਹੜੀ ਤੁਹਾਡੀ ਕਲੀਸਿਆ ਦੇ ਵਿੱਚ ਹੁੰਦੀ ਹੈ ਜਿਹੜਾ ਕਿ ਜਿਹੜਾ ਸਾਡਾ ਪ੍ਰਭੂ ਦਾ ਸਾਡਾ ਇੱਕ ਖਾਨਦਾਨ ਹੈ, ਜੋ ਬਦਨ ਹੈ ਉਹਦੇ ਵਿੱਚ ਜਿਹੜੀ ਹੁੰਦੀ ਹੈ ਉਹਦੇ ਬਾਰੇ 'ਚ ਅਸੀਂ ਸਿੱਖਾਂਗੇ. We have covered a lot in the deliverances topics about how to deliver and how to help people. ਅਸੀਂ ਬਹੁਤ ਕੁਝ ਜਿਹੜਾ ਹੈ ਉਹ ਸਿੱਖਿਆ ਸੀ, ਜਿਹੜੀ ਅਸੀਂ ਤੁਹਾਨੂੰ ਸਿੱਖਿਆ ਦਿੱਤੀ ਸੀ ਛੁਟਕਾਰੇ ਦੇ ਬਾਰੇ ਦੇ ਵਿੱਚ. ਅਸੀਂ ਬੜਾ ਕੁਝ ਉਹਦੇ ਵਿੱਚ ਸਿੱਖਿਆ. And we will not repeat those teachings that we have already taught you. ਅਸੀਂ ਉਹਨਾਂ ਚੀਜ਼ਾਂ ਦਾ ਦੁਬਾਰਾ ਜਿਹੜਾ ਉਹਨਾਂ ਨੂੰ ਨਹੀਂ ਸਿਖਾਵਾਂਗੇ. ਉਹਨਾਂ ਚੀਜ਼ਾਂ ਦੇ ਬਾਰੇ ਦੁਬਾਰਾ ਅਸੀਂ ਗੱਲ ਨਹੀਂ ਕਰਾਂਗੇ ਜਿਹੜੀਆਂ ਕਿ ਅਸੀਂ ਪਹਿਲੇ ਤੁਹਾਨੂੰ ਸਿਖਾ ਚੁੱਕੇ ਹਾਂ. But I must say that spiritual warfare for personal life is a key to serve others. ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜੀ ਆਤਮਿਕ ਲੜਾਈ ਹੈ ਉਹਦੇ ਬਾਰੇ ਵਿੱਚ ਕਿ ਉਹ ਬਹੁਤ ਹੀ ਜ਼ਰੂਰੀ ਹੈ. ਇੱਕ ਚਾਬੀ ਹੈ, ਕੁੰਜੀ ਹੈ ਜਿਹੜੀ ਕਿ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਕਿ ਤੁਸੀਂ ਦੂਸਰਿਆਂ ਨੂੰ ਸਿਖਾਉਂਦੇ ਹੋ ਜਾਂ ਦੂਸਰਿਆਂ ਨੂੰ ਜਦੋਂ ਤੁਸੀਂ ਸਿੱਖਿਆ ਦਿੰਦੇ ਹੋ. So personal deliverance is key for us to be blessed in serving the others. ਔਰ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਪਹਿਲੇ ਖੁਦ ਸਾਡੇ ਕੋਲ ਛੁਟਕਾਰਾ ਹੋਏ, ਪਹਿਲੇ ਅਸੀਂ ਪੂਰੀ ਤਰ੍ਹਾਂ ਤੇ ਛੁਟਕਾਰਾ ਪਾ ਚੁੱਕੇ ਹੋਈਏ ਤਾਂ ਕਿ ਅਸੀਂ ਜਦੋਂ ਫਿਰ ਦੂਸਰਿਆਂ ਨੂੰ ਸਾਡੇ ਲਈ ਸਿਖਾਉਣਾ ਜਿਹੜਾ ਹੈ ਜਾਂ ਦੱਸਣਾ ਉਹ ਫਿਰ ਅੱਛਾ ਔਰ ਉਹ ਫਿਰ ਸਾਡੇ ਲਈ ਬਹੁਤ ਹੀ ਆਸਾਨ ਹੁੰਦਾ ਹੈ. And I believe that we all have come to that very place of knowing how we can be helped when we need help, if it is to do with deliverance especially. ਔਰ ਮੈਂ ਇਸ ਚੀਜ਼ ਦਾ ਯਕੀਨ ਰੱਖਦਾ ਵਾਂ ਕਿ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਅੱਛੀ ਤਰ੍ਹਾਂ ਪਤਾ ਹੈ ਕਿ ਅਸੀਂ ਖੁਦ ਕਿਸ ਤਰ੍ਹਾਂ ਅਸੀਂ ਹੈਲਪ ਲੈਣੀ ਹੈ ਜਾਂ ਅਸੀਂ ਖੁਦ ਕਿੱਥੋਂ ਜਿਹੜਾ ਮਦਦ ਲੈ ਸਕਦੇ ਹਾਂ ਜਦੋਂ ਸਾਨੂੰ ਕਿਸੇ ਹੋਰ ਦੀ ਮਦਦ ਕਰਨੀ ਹੈ ਛੁਟਕਾਰੇ ਦੇ ਲਈ. That is why I am not going to target about personal spiritual warfare. I believe we all have learned a lot, but now we are going to target spiritual warfare within the body of Christ. ਇਸੇ ਲਈ ਅੱਜ ਜੋ ਅਸੀਂ ਮੈਂ ਦੱਸਣਾ ਚਾਹੁੰਦਾ ਵਾਂ ਉਹ ਇਹ ਵੇ ਕਿ ਜਿਹੜਾ ਅਸੀਂ ਸਾਡੇ ਜਿਹੜੇ ਅੰਦਰ ਆਪਣੀ ਜਿਹੜੀ ਸਾਡੀ ਆਤਮਿਕ ਇੱਕ ਲੜਾਈ ਹੁੰਦੀ ਆ, ਇੱਕ ਆਤਮਿਕ ਜਿਹੜੀ ਸਾਡੀ ਜੰਗ ਹੁੰਦੀ ਹੈ ਉਹਦੇ ਬਾਰੇ 'ਚ ਅਸੀਂ ਗੱਲ ਕਰਾਂਗੇ, ਨਾ ਕਿ ਅਸੀਂ ਜਿਹੜਾ ਉਹ ਦੂਸਰਾ ਜਿਹੜਾ ਉਹਦੇ ਬਾਰੇ ਗੱਲ ਕਰਾਂਗੇ ਕਿ ਜਿਹੜੀ ਸਾਡੀ ਆਪਸ ਅੰਦਰ ਦੀ ਜਿਹੜੀ ਲੜਾਈ ਆ, ਬਲਕਿ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਜਿਹੜੀ ਕਿ ਚਰਚ ਦੇ ਅੰਦਰ ਜਿਹੜੀ ਕਿ ਕਲੀਸਿਆ ਦੇ ਅੰਦਰ ਇਸ ਚੀਜ਼ ਦੀ ਪ੍ਰੋਬਲਮ ਹੁੰਦੀ ਹੈ. The Lord loves His church. ਪ੍ਰਭੂ ਉਹਦੀ ਆਪਣੀ ਕਲੀਸਿਆ ਨੂੰ ਪਿਆਰ ਕਰਦਾ ਹੈ. He prays for His church 24/7, 24 hours. ਔਰ ਉਹ 24 ਘੰਟੇ ਜਿਹੜਾ ਆਪਣੀ ਕਲੀਸਿਆ ਦੇ ਲਈ ਦੁਆ ਕਰਦਾ ਹੈ. It says that He will protect His church and the gates of hell will not prevail against it. ਔਰ ਇਹ ਲਿਖਿਆ ਵੇ ਕਿ ਉਹ ਆਪਣੇ ਕਲੀਸਿਆ ਦੀ ਹਿਫਾਜ਼ਤ ਕਰੇਗਾ ਔਰ ਜਿਹੜੇ ਜਨਮ ਦੇ ਜਿਹੜੇ ਨਰਕਾਂ ਦੇ ਜਿਹੜੇ ਦੁਆਰ ਨੇ ਉਹ ਉਹਨਾਂ ਦੇ ਲਈ ਬੰਦ ਕਰੇਗਾ. I must say that Christians are not our enemies, neither
other churches are our enemies. ਮੈਂ ਇਹ ਜ਼ਰੂਰੀ ਕਹਿਣਾ ਚਾਹਾਂਗਾ ਕਿ ਮਸੀਹੀ ਜਿਹੜੇ ਨੇ ਉਹ ਸਾਡੇ ਦੁਸ਼ਮਣ ਨਹੀਂ ਨੇ ਔਰ ਨਾ ਹੀ ਜਿਹੜੀ ਕਲੀਸਿਆਵਾਂ ਨੇ ਉਹ ਸਾਡੀਆਂ ਜਿਹੜੀਆਂ ਨੇ ਦੁਸ਼ਮਣ ਨੇ. The devil knows very well that when we are one, we can achieve a lot. ਔਰ ਸ਼ੈਤਾਨ ਇਸ ਚੀਜ਼ ਨੂੰ ਅੱਛੀ ਤਰ੍ਹਾਂ ਜਾਣਦਾ ਵੇ ਕਿ ਜਦੋਂ ਅਸੀਂ ਇਕੱਠੇ ਹੁੰਨੇ ਆ, ਜਦੋਂ ਅਸੀਂ ਇਕੱਠੇ ਹੋ ਕੇ ਕੋਈ ਕੰਮ ਕਰਨੇ ਆ ਤੇ ਅਸੀਂ ਬਹੁਤ ਕੁਝ ਜਿਹੜਾ ਉਹਨੂੰ ਹਾਸਲ ਕਰ ਸਕਦੇ ਆ. He knows that when we are in unity and when we are in love, that God's power, mighty power, can manifest through our lives. ਔਰ ਉਹ ਇਹ ਜਾਣਦਾ ਵੇ ਕਿ ਜਦੋਂ ਅਸੀਂ ਇਤਫਾਕ ਦੇ ਨਾਲ ਕੁਝ ਕਰਨੇ ਆ ਤੇ ਖੁਦਾਵੰਦ ਦੀਆਂ ਜਿਹੜੀ ਪ੍ਰਭੂ ਦੇ ਜਿਹੜੇ ਵੱਡੇ ਕੰਮ ਨੇ ਔਰ ਪ੍ਰਭੂ ਦੀ ਜਿਹੜੀ ਤਾਕਤਾਂ ਨੇ ਉਹ ਫਿਰ ਸਾਡੇ ਦੁਆਰਾ ਕੰਮ ਕਰਦੀਆਂ ਨੇ. And a lot of healings, miracles can come out of our unity and our being one. ਔਰ ਜਦੋਂ ਅਸੀਂ ਇੱਕ ਹੁੰਨੇ ਆ, ਜਦੋਂ ਅਸੀਂ ਇੱਕ ਹੋ ਕੇ ਤੇ ਇਤਫਾਕ ਦੇ ਨਾਲ ਜਦੋਂ ਅਸੀਂ ਦੁਆ ਕਰਨੇ ਆ ਤੇ ਜਦੋਂ ਅਸੀਂ ਪ੍ਰਭੂ ਦਾ ਕੰਮ ਕਰਨੇ ਆ ਤੇ ਫਿਰ ਸ਼ਿਫਾਵਾਂ ਤੇ ਮੌਜਜ਼ਾਤ ਹੁੰਦੇ ਨੇ. And Jesus prayed that prayer for his disciples in John chapter 17. ਔਰ ਪ੍ਰਭੂ ਯਿਸੂ ਨੇ ਇਹ ਦੁਆ ਕੀਤੀ ਹੈ ਯੋਹੰਨਾ ਬਾਬ 17 ਦੇ ਵਿੱਚ 17 ਦੇ ਵਿੱਚ. And we are going to just hear John 17 verses 20 to 23. ਅਸੀਂ ਹੁਣ ਸੁਣਾਂਗੇ ਯੋਹੰਨਾ ਉਹਦਾ 17ਵਾਂ ਬਾਬ ਉਹਦੀ 22 ਆਇਤ ਤੇ 23 ਤੱਕ. ਯੋਹੰਨਾ ਦੀ ਅੰਜੀਲ ਉਹਦਾ 17ਵਾਂ ਚੈਪਟਰ ਉਹਦੀ 21 ਆਇਤ ਦੇ ਵਿੱਚ ਲਿਖਿਆ, ਜੋ ਉਹ ਸਭ ਇੱਕੋ ਹੋਣ ਜਿਸ ਤਰ੍ਹਾਂ ਹੈ ਪਿਤਾ ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ, ਜੋ ਉਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸੱਤ ਮੰਨੇ ਕਿ ਤੂੰ ਮੈਨੂੰ ਘੱਲਿਆ. 22 ਆਇਤ ਦੇ ਵਿੱਚ, ਅਤੇ ਜਿਹੜੀ ਵਡਿਆਈ ਤੂੰ ਮੈਨੂੰ ਦਿੱਤੀ ਹੈ ਉਹ ਮੈਂ ਉਹਨਾਂ ਨੂੰ ਦਿੱਤੀ ਹੈ ਤਾਂ ਜੋ ਉਹ ਇੱਕੋ ਹੋਣ ਜਿਸ ਤਰ੍ਹਾਂ ਅਸੀਂ ਇੱਕੋ ਹਾਂ. 23 ਆਇਤ ਦੇ ਵਿੱਚ ਲਿਖਿਆ ਹੈ, ਮੈਂ ਉਹਨਾਂ ਵਿੱਚ ਅਤੇ ਤੂੰ ਮੇਰੇ ਵਿੱਚ, ਤਾਂ ਕਿ ਉਹ ਸਿੱਧ ਹੋ ਕੇ ਇੱਕ ਹੋ ਜਾਣ ਕਿ ਜਗਤ ਜਾਣ ਲਵੇ ਜੋ ਤੂੰ ਮੈਨੂੰ ਘੱਲਿਆ ਅਤੇ ਉਹਨਾਂ ਨਾਲ ਪਿਆਰ ਕੀਤਾ ਜਿਵੇਂ ਤੂੰ ਮੇਰੇ ਨਾਲ ਪਿਆਰ ਕੀਤਾ. ਆਮੇਨ. Amen. So we see here that Jesus is absolutely praying desperately for the unity of the disciples. ਇੱਥੇ ਅਸੀਂ ਇਹ ਦੇਖ ਰਹੇ ਹਾਂ ਔਰ ਅਸਾਂ ਨੇ ਸੁਣਿਆ ਕਿ ਪ੍ਰਭੂ ਯਿਸੂ ਜਿਹੜੇ ਨੇ ਉਹ ਬੜੇ ਮਨ ਦੇ ਨਾਲ ਜਿਹੜਾ ਉਹ ਔਰ ਪੂਰੇ ਜੋਸ਼ ਦੇ ਨਾਲ ਜਿਹੜਾ ਉਹ ਦੁਆ ਕਰ ਰਹੇ ਨੇ ਸ਼ਾਗਿਰਦਾਂ ਦੇ ਏਕਤੇ ਦੇ ਲਈ, ਉਹਨਾਂ ਦੇ ਇਤਫਾਕ ਦੇ ਲਈ. The devil works overtime to bring divisions and disunity in the church. ਅਬਲੀਸ ਜਿਹੜਾ ਸ਼ੈਤਾਨ ਜਿਹੜਾ ਉਹ ਕੰਮ ਕਰਦਾ ਹੈ ਔਰ ਉਹ ਜ਼ਿਆਦਾ ਕੰਮ ਕਰਦਾ ਹੈ ਕਿ ਉਹ ਜਿਹੜਾ ਤੇ ਉਹ ਬੇਇਤਫਾਕੀ ਲਿਆਵੇ ਔਰ ਦੂਰੀਆਂ ਲਿਆਵੇ ਚਰਚ ਦੇ ਵਿੱਚ. Many people sadly in church feel hurt, feel wounded by other church members. ਔਰ ਕਲੀਸਿਆ ਦੇ ਵਿੱਚ ਬੜੇ ਲੋਕ ਜਿਹੜੇ ਨੇ ਉਹ ਸਤਾਏ ਜਾਂਦੇ ਨੇ, ਉਹਨਾਂ ਦਾ ਉਹ ਦਿਲ ਦੁਖਦਾ ਹੈ ਦੂਸਰੇ ਕਲੀਸਿਆ ਦੇ ਦੂਸਰੇ ਲੋਕਾਂ ਕੋਲੋਂ. And many people leave churches. ਔਰ ਬਹੁਤ ਸਾਰੇ ਲੋਕ ਕਲੀਸਿਆ ਛੱਡ ਦਿੰਦੇ ਨੇ. And they just isolate themselves and they just remain alone, isolated from the church. ਔਰ ਉਹ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਕਰ ਲੈਂਦੇ ਨੇ ਔਰ ਉਹ ਕੱਲਾਪਨ ਉਹਨਾਂ ਨੂੰ ਪਸੰਦ ਆ ਔਰ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਰੱਖਦੇ ਨੇ. When I say we have to be united and we have to be in absolute unity, it doesn't mean that we cannot have a different opinion. ਜਦੋਂ ਅਸੀਂ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਕਿ ਇਕੱਲੇ ਰਹਿਣਾ, ਅਸੀਂ ਇਹ ਨਹੀਂ ਕਿ ਅਸੀਂ ਕੋਈ ਹੋਰ ਆਪਣਾ ਕੋਈ ਅਸੀਂ ਰਸਤਾ ਨਹੀਂ ਬਣਾ ਸਕਦੇ. We are individuals and I think we can absolutely have a personal opinion on certain things. ਅਸੀਂ ਆਪਣੇ ਖੁਦ ਦੇ ਜਿਹੜੇ ਸਾਡੇ ਜਿਹੜੇ ਹੋਵੇ ਸਾਡੀ ਜਿਹੜੀ ਰਾਏ ਹੁੰਦੀ ਹੈ ਕੰਮਾਂ ਦੂਸਰੇ ਆਪਣੇ ਆਪ ਦੇ ਲਈ ਜਾਂ ਆਪਣੇ ਕੁਝ ਹੋਰ ਕੰਮਾਂ ਦੇ ਲਈ ਉਹ ਅਸੀਂ ਰੱਖ ਸਕਦੇ ਹਾਂ. But I think we are bound together with a common law that to love Jesus and to follow his instructions and the teachings. ਲੇਕਿਨ ਅਸੀਂ ਉਸ ਦੇ ਵਿੱਚ ਅਸੀਂ ਜਿਹੜਾ ਨਾ ਜੁੜੇ ਹੋਏ ਹਾਂ ਕਿ ਅਸੀਂ ਪ੍ਰਭੂ ਯਿਸੂ ਦੀ ਸਿੱਖਿਆ ਤੇ ਉਹਦੀ ਸਿਖਾਈ ਹੋਈ ਗੱਲਾਂ ਤੇ
ਅਸੀਂ ਜਿਹੜਾ ਅਮਲ ਕਰਨਾ ਹੈ। Many of the arguments and issues are on simple matters. ਔਰ ਬਹੁਤ ਹੀ ਜਿਹੜਾ ਆਮ ਗੱਲਾਂ ਦੇ ਉੱਤੇ ਜਿਹੜਾ ਸਾਡੀ ਕਦੀ ਇੱਕ ਦੂਸਰੇ ਦੇ ਨਾਲ ਗੱਲਬਾਤ ਹੁੰਦੀ ਹੈ, ਅਸੀਂ ਉਹਦੇ ਤੇ ਉੱਤੇ ਬਹਿਸ ਕਰਦੇ ਹਾਂ। Some teachings which are not very important, or some theology, some cultural things, we just end up fighting over those things. ਕੁਝ ਸਾਡੀ ਜਿਹੜੀਆਂ ਕੁਝ ਨਾ ਜ਼ਰੂਰੀ ਸਿੱਖਿਆ ਔਰ ਕੁਝ ਇਸ ਤਰ੍ਹਾਂ ਦੀਆਂ ਜਿਹੜੇ ਪ੍ਰਭੂ ਦੇ ਕਲਾਮ ਦੀਆਂ ਗੱਲਾਂ ਨੇ, ਔਰ ਜਾਂ ਕੁਝ ਸਾਡੇ ਜਿਹੜਾ ਵਿਰਸਾ ਹੁੰਦਾ ਹੈ ਉਹਦੀਆਂ ਕੁਝ ਗੱਲਾਂ ਜਿਹੜੀਆਂ ਕਿ ਇੰਨੀ ਜ਼ਰੂਰੀ ਨਹੀਂ ਨੇ, ਅਸੀਂ ਉਹਨਾਂ 'ਤੇ ਗੱਲਾਂ ਕਰਕੇ ਤੇ ਅਸੀਂ ਲੜਾਈ ਝਗੜਾ ਕਰਨੇ ਆ। Now when we become Christians, we do find ourselves in a position that we experience Jesus as our Savior, as our Shepherd. ਅਸੀਂ ਜਦੋਂ ਪ੍ਰਭੂ ਯਿਸੂ 'ਤੇ ਆਪਣਾ ਈਮਾਨ ਰੱਖਦੇ ਹਾਂ ਤੇ ਫਿਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪ੍ਰਭੂ ਯਿਸੂ ਸਾਡਾ ਨਜਾਤ ਦੇਹਿੰਦਾ ਹੈ, ਉਹਦੇ ਨਾਲ ਸਾਡਾ ਛੁਟਕਾਰਾ ਹੈ ਤੇ ਪ੍ਰਭੂ ਯਿਸੂ ਹੀ ਸਾਡਾ ਚਰਵਾਹਾ ਹੈ। But as we grow and as we mature, and especially when we come to a place of leadership to lead others and to look after others, I believe then we realize that it is more than just shepherding. Sometimes we need to fight for people's lives. ਜਦੋਂ ਅਸੀਂ ਪ੍ਰਭੂ ਦੇ ਵਿੱਚ ਵਧਦੇ ਹਾਂ, ਜਦੋਂ ਸਾਨੂੰ ਸਰਬਰਾਹੀ ਦਿੱਤੀ ਜਾਂਦੀ ਆ, ਕਲੀਸਿਆ ਦੇ ਵਿੱਚ ਸਰਦਾਰੀ ਦਿੱਤੀ ਜਾਂਦੀ ਹੈ, ਉਹਦੇ ਵਿੱਚ ਇਹ ਫਿਰ ਨਹੀਂ ਹੁੰਦਾ ਕਿ ਅਸੀਂ ਖਾਲੀ ਜਿਹੜਾ ਤੇ ਅਸੀਂ ਚਰਵਾਹਾ ਹੀ ਦਾ ਕਿਰਦਾਰ ਅਦਾ ਕਰਨਾ ਹੈ। ਕਦੀ ਕਰਕੇ ਸਾਨੂੰ ਜਿਹੜਾ ਨਾ ਲੜਾਈ ਕਰਨੀ ਪੈਂਦੀ ਹੈ, ਸਾਨੂੰ ਅੱਗੇ ਵੱਧ ਕੇ ਚੀਜ਼ਾਂ ਨੂੰ ਸੰਭਾਲਣਾ ਪੈਂਦਾ ਹੈ। And Joshua in the Old Testament, in the book of Joshua, chapter 5, ਜੋਸ਼ੂਆ ਪੁਰਾਣੇ ਅਹਿਦਨਾਮਾ ਦੇ ਵਿੱਚ ਉਹਦਾ verses 13 and 14, ਉਹਦੀ 13 ਤੇ 14 ਆਇਤ ਦੇ ਵਿੱਚ ਲਿਖਿਆ ਹੈ, he encounters Jesus as one of the captains of the host, like of the army. ਉਹਨੇ ਜਿਹੜਾ ਹੈ ਤੇ ਪ੍ਰਭੂ ਯਿਸੂ ਨੂੰ ਇੱਦਾਂ ਪਾਇਆ ਜਿਵੇਂ ਕਿ ਕੋਈ ਕਪਤਾਨ ਹੁੰਦਾ ਹੈ, ਜਿਵੇਂ ਜੰਗਜੂਆਂ ਦਾ ਕਪਤਾਨ ਹੁੰਦਾ ਹੈ, as a mighty warrior. ਔਰ ਇੱਕ ਬਹੁਤ ਹੀ ਜਿਹੜਾ ਨਾ ਲੜਾਈ ਕਰਨ ਵਾਲਾ ਜਿਹੜਾ ਨਾ ਯੋਧਾ ਜਿਹਨੂੰ ਕਹਿੰਦੇ ਆ, ਉਹਨੂੰ ਪਾਇਆ। And so we listen now to Joshua chapter 5, 13 to 14. ਅਸੀਂ ਯੋਸ਼ੂਆ ਉਹਦਾ 5ਵਾਂ ਬਾਬ ਉਹਦੀ 13 ਤੇ 14 ਆਇਤ ਨੂੰ ਸੁਣਾਂਗੇ। ਯਹੋਸ਼ੂਆ ਦੀ ਕਿਤਾਬ ਉਹਦਾ 5 ਅਧਿਆਇ ਉਹਦੀ 13 ਅਤੇ 14 ਆਇਤ। ਅਤੇ ਇਉਂ ਹੋਇਆ ਕਿ ਜਦ ਯਹੋਸ਼ੂਆ ਯਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖੀਆਂ ਉਤਾਂਹ ਚੁੱਕ ਕੇ ਡਿੱਠਾ ਤਾਂ ਵੇਖੋ, ਇੱਕ ਮਨੁੱਖ ਹੱਥ ਵਿੱਚ ਖੰਡਾ ਸੂਤੀ ਉਹਦੇ ਸਾਹਮਣੇ ਖੜਾ ਸੀ। ਤਾਂ ਯਹੋਸ਼ੂਆ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਤੂੰ ਸਾਡੀ ਵੱਲ ਹੈ ਜਾਂ ਸਾਡੇ ਵੈਰੀਆਂ ਵੱਲ? ਉਸ ਆਖਿਆ, ਨਹੀਂ, ਸਗੋਂ ਮੈਂ ਤਾਂ ਇਸ ਵੇਲੇ ਯਹੋਵਾ ਦਾ ਸੈਨਾਪਤੀ ਬਣ ਕੇ ਆਇਆ ਹਾਂ। ਤਾਂ ਯਹੋਸ਼ੂਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਔਰ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ? ਯਸ਼ੋਇਆ ਦੀ ਬੁੱਕ ਉਹਦੀਆਂ 5ਵਾਂ ਚੈਪਟਰ ਉਹਦੀ 14 ਆਇਤ ਵਿੱਚ ਲਿਖਿਆ ਹੈ, ਉਸ ਆਖਿਆ, ਨਹੀਂ, ਸਗੋਂ ਮੈਂ ਤਾਂ ਇਸ ਵੇਲੇ ਯਹੋਵਾ ਦਾ ਸੈਨਾਪਤੀ ਬਣ ਕੇ ਆਇਆ ਹਾਂ। ਤਾਂ ਯੋਸ਼ੂਆ ਧਰਤੀ ਉੱਤੇ ਮੂੰਹ ਭਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਤੇ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ? ਆਮੀਨ। ਯਸ਼ੋਇਆ ਦੀ ਬੁੱਕ ਉਹਦਾ 5ਵਾਂ ਚੈਪਟਰ ਉਹਦੀ 15 ਆਇਤ ਵਿੱਚ ਲਿਖਿਆ ਹੈ, ਯਹੋਵਾ ਦੇ ਸੈਨਾਪਤੀ ਨੇ ਯਸ਼ੋਇਆ ਨੂੰ ਆਖਿਆ ਕਿ ਤੂੰ ਆਪਣੇ ਪੈਰੋਂ ਆਪਣੀ ਜੁੱਤੀ ਲਾ, ਕਿਉਂ ਜੋ ਇੱਥੇ ਤੂੰ ਖੜਾ ਹੈ ਉਹ ਥਾਂ ਪਵਿੱਤਰ ਹੈ। ਤਾਂ ਯਸ਼ੋਇਆ ਨੇ ਉਵੇਂ ਹੀ ਕੀਤਾ। ਆਮੀਨ। Amen. So Joshua encounters Jesus in here. ਔਰ ਇੱਥੇ ਅਸੀਂ ਦੇਖਦੇ ਹਾਂ ਕਿ ਯੋਸ਼ੂਆ ਨੇ ਜਿਹੜਾ ਉਹ ਪ੍ਰਭੂ ਯਿਸੂ ਨੂੰ ਦੇਖਿਆ। And he encounters him as the captain, the commander of the army. ਔਰ ਉਹਦੀ ਜਿਹੜੀ ਮੁਲਾਕਾਤ ਯਿਸੂ ਦੇ ਨਾਲ ਹੋਈ, ਪ੍ਰਭੂ ਯਿਸੂ ਦੇ ਨਾਲ, ਉਹਨੇ ਜਿਹੜਾ ਤੇ ਸਿਪਾਹੀਆਂ ਦਾ ਸਰਦਾਰ ਕਰਕੇ ਉਹਨੂੰ ਦੇਖਿਆ। So Jesus is a shepherd, he is our savior, but he is not just that, he is also a warrior.
ਔਰ ਪ੍ਰਭੂ ਯਿਸੂ ਜਿਹੜੇ ਨੇ ਉਹ ਸਾਡੇ ਨਿਜਾਤ ਦੇਹਿੰਦਾ ਨੇ, ਉਹ ਸਾਡੇ ਚਰਵਾਹੇ ਨੇ, ਔਰ ਸਿਰਫ ਇਹ ਹੀ ਨਹੀਂ, ਉਹ ਯੋਧਾ ਵੀ ਨੇ। Hallelujah. Hallelujah. You know, many times pastors and leaders spend more time praying for their people than going out and winning souls. ਜਿਹੜੇ ਪਾਸਟਰਸ ਹੁੰਦੇ ਨੇ ਚਰਚ ਦੇ, ਉਹ ਜਿਹੜਾ ਜ਼ਿਆਦਾ ਜਿਹੜਾ ਟਾਈਮ ਹੈ ਉਹ ਦੁਆ 'ਚ ਵੀ ਲਗਾਉਂਦੇ ਨੇ, ਦੁਆ ਕਰਦੇ ਨੇ, ਲੇਕਿਨ ਉਹ ਫਿਰ ਉਹ ਬਾਹਰ ਵੀ ਜਾਂਦੇ ਨੇ ਔਰ ਪ੍ਰਭੂ ਦੇ ਲਈ ਜਿਹੜਾ ਉਹ ਜ਼ਿੰਦਗੀਆਂ ਨੂੰ ਬਚਾਉਂਦੇ ਨੇ। I would personally love to do evangelism and see people get saved and coming into the kingdom. ਮੈਂ ਖੁਦ ਕਰਕੇ ਇਹ ਮੇਰੀ ਜਿਹੜੀ ਆਪ ਦੀ ਇੱਛਾ ਹੈ ਉਹ ਹੈ ਕਿ ਮੈਂ ਲੋਕਾਂ ਨੂੰ ਜਾ ਕੇ ਬਾਹਰ ਪ੍ਰਭੂ ਦਾ ਵਚਨ ਦੇਵਾਂ, ਉਹਨਾਂ ਨੂੰ ਸਮਝਾਵਾਂ ਤੇ ਉਹਨਾਂ ਨੂੰ ਬਚਾਵਾਂ। But I have to spend so much of my time counseling, praying for people and sorting out issues when people get into lots of sometimes silly things. ਮੇਰਾ ਬੜਾ ਸਮੇਂ ਉਹਨਾਂ ਚੀਜ਼ਾਂ ਵਿੱਚ ਵੀ ਲੱਗਦਾ, ਮੈਂ ਲੋਕਾਂ ਨੂੰ ਸਮਝਾਉਣ ਦੇ ਵਿੱਚ, ਉਹਨਾਂ ਦੇ ਲਈ ਦੁਆ ਕਰਨ ਦੇ ਲਈ, ਔਰ ਹੋਰ ਇੱਦਾਂ ਦੇ ਕਲੀਸਿਆ ਦੇ ਕੰਮ ਕਰਨ ਲਈ, ਔਰ ਕੁਝ ਇੱਦਾਂ ਦੇ ਚੀਜ਼ਾਂ ਨੂੰ ਸੁਧਾਰਨ ਦੇ ਲਈ ਜੋ ਕਿ ਬਹੁਤ ਹੀ ਇੱਕ ਆਮ ਚੀਜ਼ਾਂ ਹੁੰਦੀਆਂ ਨੇ, ਜਿਨ੍ਹਾਂ ਮਸਲਿਆਂ ਦੇ ਵਿੱਚ ਪੈਣ ਦੀ ਜ਼ਰੂਰਤ ਵੀ ਨਹੀਂ ਹੁੰਦੀ। I wished that all church members would be on fire for God and would be doing what God has called them to do, but it doesn't always work like that. ਮੈਂ ਚਾਹੁੰਦਾ ਵਾਂ ਕਿ ਜਿਹੜੇ ਕਲੀਸਿਆ ਦੇ ਜਿਹੜੇ ਲੋਕ ਨੇ ਉਹ ਆਤਮਾ ਦੇ ਨਾਲ ਭਰੇ ਹੋਣ, ਪ੍ਰਭੂ ਦੀ ਅੱਗ ਦੇ ਨਾਲ ਭਰੇ ਹੋਣ, ਔਰ ਉਹ ਕੰਮ ਕਰਨ ਜਿਹਦਾ ਲਈ ਉਹਨਾਂ ਨੂੰ ਪ੍ਰਭੂ ਨੇ ਚੁਣਿਆ ਹੈ, ਲੇਕਿਨ ਇਸ ਤਰ੍ਹਾਂ ਹਰ ਵਕਤ ਨਹੀਂ ਹੋ ਸਕਦਾ। Many times the love of many grow cold. ਬਥੇਰਿਆਂ ਦਾ ਜਿਹੜਾ ਪਿਆਰ ਹੈ ਪ੍ਰਭੂ ਦੇ ਲਈ ਉਹ ਠੰਡਾ ਪੈ ਜਾਂਦਾ ਹੈ। They need recharging. ਉਹਨਾਂ ਨੂੰ ਜਿਹੜਾ ਤੇ ਦੁਬਾਰਾ ਟਿੱਕਾ ਦੇਣ ਦੀ, ਉਹਨਾਂ ਨੂੰ ਚਾਰਜ ਕਰਨ ਦੀ ਜ਼ਰੂਰਤ ਹੁੰਦੀ ਹੈ। And that is where the leaders play a very important role in ਔਰ that. ਇੱਥੇ ਜਿਹੜੇ ਲੀਡਰਸ ਨੇ ਉਹਨਾਂ ਦਾ ਕਿਰਦਾਰ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹੈ। In Matthew chapter 24, ਮੱਤੀ ਉਹਦੀ 24 ਬਾਬ, let's listen to verses 10, 11 and 12. ਅਸੀਂ ਸੁਣਾਂਗੇ ਤੇ 10 ਤੋਂ 12 ਤੱਕ। ਇਬਰਾਨੀਆਂ 13 ਦੀ 17 ਆਇਤ ਅਸੀਂ ਪੜਾਂਗੇ। ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ। That's not. Sorry, I played the wrong one. I think this is the one. Let's try. ਇਬਰਾਨੀਆਂ Okay, I think I've got a little problem here. Basically, it talks about the love of many becoming cold for Jesus. ਅਸੀਂ ਮੈਂ ਮਾਜ਼ਰਤ ਚਾਹਨਾ, ਸੋਰੀ, ਜਿਹੜੀ ਆਇਤ ਹੈ ਉਹ ਐਕਚੁਅਲ ਆਇਤ ਅਸੀਂ ਨਹੀਂ ਉਹਦੀ ਰਿਕਾਰਡਿੰਗ ਸੁਣਾ ਸਕੇ, ਲੇਕਿਨ ਮਤੀ ਦੀ ਅੰਜੀਲ ਉਹਦਾ 24 ਬਾਬ ਉਹਦੀ 10 ਤੇ 12 ਆਇਤ ਦੇ ਵਿੱਚ ਲਿਖਿਆ ਕਿ ਬਥੇਰਿਆਂ ਦਾ ਜਿਹੜਾ ਪਿਆਰ ਹੈ ਪ੍ਰਭੂ ਦੇ ਲਈ ਉਹ ਠੰਡਾ ਪੈ ਗਿਆ। Love of many will be cold for many reasons. ਔਰ ਬਥੇਰੀਆਂ ਉਹਦੀਆਂ ਜਿਹੜੀਆਂ ਨੇ ਉਹ ਵਜ੍ਹਾ ਹੋਣਗੀਆਂ ਜਿਹਦੀ ਵਜ੍ਹਾ ਤੋਂ ਜਿਹੜਾ ਹੈ ਪ੍ਰਭੂ ਦੇ ਲਈ ਪਿਆਰ। People can be very selfish. ਉਹ ਲੋਕ ਬੜੇ ਖੁਦਗਰਜ਼ ਹੋ ਸਕਦੇ ਨੇ। People can desire a lot of things of the world. ਦੁਨਿਆਵੀ ਖੁਆਇਸ਼ਾਂ ਜਿਹੜੀਆਂ ਨੇ, ਦੁਨੀਆ ਦੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ। They might go into sinful lifestyles. ਉਹ ਗੁਨਾਹ ਦੀ ਜ਼ਿੰਦਗੀ ਦੇ ਵਿੱਚ ਜਾ ਸਕਦੇ ਨੇ। And they get distracted. ਔਰ ਉਹਨਾਂ ਦਾ ਧਿਆਨ ਵੱਟ ਸਕਦਾ ਹੈ। And that is where we need to be doing spiritual warfare for this type of people. ਔਰ ਇੱਥੇ ਹੀ ਸਾਨੂੰ ਜਿਹੜਾ ਉਹ ਆਤਮਿਕ ਲੜਾਈ ਲੜਨੀ ਹੈ ਇਹਨਾਂ ਦੇ ਲੋਕਾਂ ਦੇ ਲਈ। People will start showing less commitment to the church. ਲੋਕ ਜਿਹੜਾ ਉਹ ਆਪਣੀ ਜਿਹੜਾ ਸਮੇਂ ਨਹੀਂ ਦੇਣਗੇ, ਘੱਟ ਸਮੇਂ ਦੇਣਗੇ ਪ੍ਰਭੂ ਦੇ ਕੰਮਾਂ ਦੇ ਲਈ। And we see that in many churches, that those who are on fire for a season, then after a while you see them becoming cold, not interested, and they're doing their own thing. ਇਹ ਅਸੀਂ ਬਥੇਰੀਆਂ ਕਲੀਸਿਆਂ ਦੇ ਵਿੱਚ ਦੇਖਿਆ, ਕੁਝ ਲੋਕ ਇੱਕ ਟਾਈਮ ਦੇ ਲਈ ਬੜੇ ਪੂਰੇ ਦਿਲ ਦੇ ਨਾਲ, ਪੂਰੇ ਜ਼ੋਰ ਦੇ ਨਾਲ ਕੰਮ ਕਰਦੇ ਨੇ, ਫਿਰ ਇੱਕ ਟਾਈਮ ਆਉਂਦਾ, ਇੱਕ ਸਮੇਂ ਆਉਂਦਾ ਕਿ ਉਹ ਠੰਡੇ ਪੈ ਜਾਂਦੇ ਨੇ। Many people give lots of reasons for not coming to church. ਬਹੁਤ ਸਾਰੀ ਗੱਲਾਂ ਕਰਦੇ ਨੇ, ਬਹੁਤ ਸਾਰੇ ਵਜ੍ਹਾ ਦੱਸਦੇ ਨੇ ਚਰਚ ਨਾ ਆਉਣ ਦੀ। They say I was hurt in the church. ਕੁਝ ਕਹਿੰਦੇ ਨੇ ਸਾਡਾ ਦਿਲ ਦੁਖਿਆ ਕਲੀਸਿਆ ਦੇ ਵਿੱਚ। Somebody said something to me which I didn't like.
ਕਿਸੇ ਨੇ ਸਾਨੂੰ ਕੁਝ ਕਿਹਾ ਜਿਹੜਾ ਮੈਨੂੰ ਪਸੰਦ ਨਹੀਂ ਆਇਆ, they leave the church. ਔਰ ਉਹ ਚਰਚ ਛੱਡ ਦਿੰਦੇ ਨੇ, Then they would want to do just online church. ਔਰ ਉਹ ਆਨਲਾਈਨ ਚਰਚ ਜਿਹੜੇ ਨੇ ਇੰਟਰਨੈਟ ਦੇ ਉੱਤੇ ਚਰਚ ਕਰਦੇ ਨੇ। Then there are justifications that, oh, it's okay, I can watch church or online from home, I don't need to come to a place. ਉਹ ਫਿਰ ਉਹ ਚਾਹੁੰਦੇ ਨੇ, ਉਹ ਕਹਿੰਦੇ ਨੇ ਕਿ ਅਸੀਂ ਕਲੀਸਿਆ ਦੇ ਵਿੱਚ ਨਹੀਂ ਆਣਾ, ਅਸੀਂ ਚਰਚ ਦੇ ਅੰਦਰ ਨਹੀਂ ਆਣਾ, ਲੇਕਿਨ ਅਸੀਂ ਆਨਲਾਈਨ ਦੇਖ ਲਵਾਂਗੇ। Someone who has sinned also, it's not easy to bring them back because they are caught up in their sinful lifestyle. ਔਰ ਕੁਝ ਜਿਹੜੇ ਨੇ ਉਹ ਗੁਨਾਹ ਕਰ ਦਿੰਦੇ ਨੇ, ਆਪਣੀ ਗੁਨਾਹ ਦੀ ਜ਼ਿੰਦਗੀ ਦੇ ਵਿੱਚ ਫਸ ਜਾਂਦੇ ਨੇ, ਉਹ ਬੜਾ ਮੁਸ਼ਕਲ ਹੁੰਦਾ ਹੈ ਉਹਨਾਂ ਨੂੰ ਕਲੀਸਿਆ ਦੇ ਵਿੱਚ ਦੁਬਾਰਾ ਵਾਪਸ ਲਿਆਉਣਾ। There is a process I feel, I notice when people are becoming a little bit cold with their love for Jesus. ਇਹ ਮੈਂ ਇੱਕ ਅਮਲ ਹੁੰਦੇ ਦੇਖਿਆ, ਇੱਦਾਂ ਹੁੰਦੇ ਦੇਖਿਆ ਕਿ ਜਿਹੜੇ ਲੋਕ ਜਿਹੜੇ ਨੇ ਉਹ ਇਸ ਵਜ੍ਹਾ ਤੋਂ ਜਿਹੜਾ ਤੇ ਪ੍ਰਭੂ ਦਾ ਜਿਹੜਾ ਪਿਆਰ ਹੈ ਉਹ ਉਹਨਾਂ ਦੇ ਦਿਲ ਦੇ ਵਿੱਚ ਠੰਡਾ ਪੈਂਦਾ ਹੈ। They start leaving the church WhatsApp group. ਉਹ ਚਰਚ ਦੇ ਜਿਹੜੇ WhatsApp ਗਰੁੱਪ ਬਣੇ ਹੁੰਦੇ ਨੇ ਉਹ ਛੱਡ ਦਿੰਦੇ ਨੇ। They start coming to church sometimes late. ਔਰ ਉਹ ਚਰਚ ਦੇ ਵਿੱਚ ਦੇਰ ਦੇ ਨਾਲ ਆਉਂਦੇ ਨੇ। They stop attending the prayer meetings. ਪ੍ਰੇਅਰ ਮੀਟਿੰਗਸ ਜਿਹੜੀਆਂ ਨੇ ਉਹਨਾਂ ਨੂੰ ਬੰਦ ਕਰ ਦਿੰਦੇ ਨੇ, ਉਹ ਪ੍ਰੇਅਰ ਮੀਟਿੰਗਸ ਤੇ ਆਉਣਾ ਬੰਦ ਕਰ ਦਿੰਦੇ ਨੇ। When you text them, then sometimes the answer is cold or there is no reply. ਔਰ ਜਦੋਂ ਤੁਸੀਂ ਕਦੀ ਉਹਨਾਂ ਨੂੰ ਕਾਲ ਕਰੋ, ਉਹਨਾਂ ਦਾ ਜਿਹੜਾ ਜਵਾਬ ਹੈ ਉਹ ਠੰਡਾ ਹੁੰਦਾ ਹੈ, ਕਦੀ ਉਹ ਕਾਲ ਨਹੀਂ ਚੁੱਕਦੇ। Or they give some sort of excuses. They use the employer as an excuse, or their job, or something else. ਫਿਰ ਉਹ ਤਰ੍ਹਾਂ ਦੇ ਬਹਾਨੇ ਬਣਾਉਂਦੇ ਨੇ ਕਿ ਸਾਡੇ ਕੰਮ ਤੇ ਇੰਜ ਹੋ ਗਿਆ, ਸਾਡੇ ਇੰਜ ਹੋ ਗਿਆ, ਉਹ ਹੋ ਗਿਆ, ਤਰ੍ਹਾਂ ਦੇ ਬਹਾਨੇ ਬਣਾਉਂਦੇ ਨੇ। Others who come to church on a Sunday, they would just want to be there on Sunday and they would not show any further commitment. ਔਰ ਕੁਝ ਜਿਹੜੇ ਨੇ ਉਹ ਖਾਲੀ ਇਤਵਾਰ ਨੂੰ, ਸੰਡੇ ਨੂੰ ਜਿਹੜਾ ਉਹ ਚਰਚ ਦੀ ਮੀਟਿੰਗ ਦੇ ਵਿੱਚ ਆਉਣਾ ਚਾਹੁੰਦੇ ਨੇ, ਔਰ ਦੂਜੀ ਜਿਹੜੀ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਭਾਗ ਲੈਣਾ ਨਹੀਂ ਪਸੰਦ ਕਰਦੇ, ਉਹਨਾਂ ਦੇ ਵਿੱਚ ਹਿੱਸਾ ਲੈਣਾ ਪਸੰਦ ਨਹੀਂ ਕਰਦੇ। If we are true Christians and true disciples, then Bible says once we put our hand to the plow, they should not be looking back. ਔਰ ਅਸੀਂ ਅਗਰ ਸੱਚੇ ਅਗਰ ਅਸੀਂ ਮਸੀਹੀ ਹਾਂ, ਅਸੀਂ ਅਗਰ ਸੱਚੇ ਪ੍ਰਭੂ ਦੇ ਦਾਸ ਹਾਂ, ਫਿਰ ਅਸਾਂ ਆਪਣਾ ਹੱਥ ਹੱਲ ਦੇ ਉੱਤੇ ਰੱਖ ਕੇ ਤੇ ਪਿੱਛੇ ਨਹੀਂ ਵੇਖਣਾ। So we have to be praying and warfaring for them that they would be committing on a Sunday, then they would be committing on a Wednesday for the Facebook meeting, then there we have got Skype meetings. ਅਸੀਂ ਫਿਰ ਇਹ ਜਿਹੜੀ ਸਾਡੀ ਆਤਮਿਕ ਲੜਾਈ ਹੈ ਉਹਦੇ ਵਿੱਚ ਅਸੀਂ ਦੁਆ ਕਰਨੀ ਕਿ ਜਿਹੜੇ ਲੋਕ ਨੇ ਉਹ ਸਾਰੀਆਂ ਮੀਟਿੰਗਸ ਦੇ ਵਿੱਚ ਆਉਣ, ਜਿਹੜੀ ਕਿ ਫੇਸਬੁੱਕ ਤੇ ਹੁੰਦੀ ਹੈ, ਸਕਾਈਪ ਦੇ ਉੱਤੇ ਹੁੰਦੀਆਂ ਨੇ, ਸਾਰੀਆਂ ਮੀਟਿੰਗਸ ਦੇ ਵਿੱਚ ਉਹ ਜਿਹੜਾ ਭਾਗ ਲਵਣ। The other London team meetings, when London team comes, ਔਰ ਜਦੋਂ ਲੰਡਨ ਤੋਂ ਟੀਮ ਜਾਂਦੀ ਹੈ ਉਹਦੇ ਵਿੱਚ ਆਵਣ। and the village meetings wherever they are at, like if they are in Athino, if they are in Palimetko, that they will not miss those meetings as well. ਜਿਹੜੀ ਵੀ ਸਾਡੀਆਂ ਦਵਾਈ ਮੀਟਿੰਗਸ ਹੁੰਦੀਆਂ ਨੇ, ਜਿਹੜੀਆਂ ਕਿ ਕਿਤੇ ਵੀ ਹੁੰਦੀਆਂ ਨੇ, ਗਾਉਂ ਦੇ ਵਿੱਚ ਹੁੰਦੀਆਂ ਨੇ ਜਿਹੜੀਆਂ ਮੀਟਿੰਗਸ, ਉੱਥੇ ਵੀ ਉਹ ਆਵਣ। Why I'm saying that they should attend the meetings? The reason is when they come to the meetings are spirit-filled and they have got the potential to change lives. ਜਿਹੜੀ ਮੈਂ ਗੱਲ ਕਰਨਾ ਚਾਹ ਰਿਹਾ ਹਾਂ ਔਰ ਲੋਕਾਂ ਨੂੰ ਚਾਹਨਾ ਵਾਂ ਕਿ ਕਿਉਂ ਮੈਂ ਚਾਹਨਾ ਕਿ ਉਹ ਜਿਹੜਾ ਇਬਾਦਤ ਦੇ ਵਿੱਚ ਆਉਣ, ਦਵਾਈਆਂ ਮੀਟਿੰਗਸ ਦੇ ਵਿੱਚ ਆਉਣ, ਕਿਉਂਕਿ ਉੱਥੇ ਖੁਦਾ ਦਾ ਰੂਹ ਕੰਮ ਕਰਦਾ ਤੇ ਉਹਨਾਂ ਦੀ ਜ਼ਿੰਦਗੀਆਂ ਬਦਲ ਸਕਦੀਆਂ ਨੇ, ਉਹਨਾਂ ਦੀਆਂ ਰੂਹਾਨੀ ਅੱਖਾਂ ਜਿਹੜੀਆਂ ਨੇ ਉਹ ਖੁੱਲ ਸਕਦੀਆਂ ਨੇ। Many people who had gone away from church now are coming back or are already back. Why? Because it has been spiritual warfaring for us as leaders and we are seeing the fruit of it. ਅਸੀਂ ਬਥੇਰੇ ਜਿਹੜੇ ਲੋਕ ਦੇਖੇ ਨੇ ਉਹ ਜਿਹੜੇ ਚਰਚ ਛੱਡ ਗਏ ਸਨ ਉਹ ਵਾਪਸ ਆ ਗਏ ਨੇ ਔਰ ਉਹ ਪ੍ਰਭੂ ਦਾ ਕੰਮ ਕਰ ਰਹੇ ਨੇ। ਕਿਉਂਕਿ ਇਹ ਅਸੀਂ ਜਿਹੜੇ ਲੀਡਰਸ ਹਾਂ, ਅਸਾਂ ਨੇ ਰੂਹਾਨੀ ਔਰ ਆਤਮਿਕ ਜਿਹੜੀ ਲੜਾਈ ਹੈ ਉਹ ਲੜੀ ਔਰ ਅਸੀਂ ਦੁਆ ਕੀਤੀ ਹੈ। So we have to be people who will be warriors, who will do our part well, what God has entrusted us with. ਅਸੀਂ ਜਿਹੜੇ ਆ ਸਾਨੂੰ ਇਹ ਜਿਹੜੀ ਲੜਾਈ ਹੈ ਉਹ ਲੜਨੀ ਆ ਯੋਧਿਆਂ ਦੀ ਤਰ੍ਹਾਂ। ਸਾਨੂੰ ਅਸੀਂ ਜਿਹੜੇ ਯੋਧੇ ਆ ਪ੍ਰਭੂ ਦੇ, ਅਸੀਂ ਇਹ ਲੜਾਈ ਲੜਨੀ ਆ ਔਰ ਅਸੀਂ ਲੋਕਾਂ ਨੂੰ ਜਿਹੜਾ ਉਹ ਬਚਾਉਣਾ ਹੈ। We should not get discouraged when we do not see the fruits immediately. ਸਾਨੂੰ ਇਹਦੇ ਨਾਲ ਜਿਹੜਾ ਉਹ
ਉਹ ਦਿਲ ਛੋਟਾ ਨਹੀਂ ਕਰਨਾ ਚਾਹੀਦਾ ਜਾਂ ਇਹ ਸੋਚ ਕੇ ਸਾਨੂੰ ਆਪਣੇ ਆਪ ਨੂੰ ਮਾਯੂਸ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਤੁਰੰਤ ਜਿਹੜਾ ਤੇ ਕਿਸੇ ਚੀਜ਼ ਦਾ ਅਸੀਂ ਨਤੀਜਾ ਨਹੀਂ ਸਾਨੂੰ ਮਿਲਦਾ. You know, when people attack us many times, they have no idea what they are really doing, or whenever they say some things. I think we need to have an attitude of forgiving and moving on. I know it's not easy. ਜਦੋਂ ਸਾਨੂੰ ਲੋਕ ਕੁਝ ਕਹਿੰਦੇ ਨੇ, ਜਦੋਂ ਸਾਡੇ ਨਾਲ ਕੁਝ ਗਲਤ ਕਰਦੇ ਨੇ, ਸਾਨੂੰ ਮਾਫ ਕਰਨੇ ਦਾ ਔਰ ਅੱਗੇ ਵੱਧ ਜਾਣੇ ਦਾ ਜਿਹੜਾ ਸਾਨੂੰ ਉਹਨਾਂ ਦਾ ਸੁਭਾਅ ਜਿਹੜਾ ਉਹ ਰੱਖਣਾ ਚਾਹੀਦਾ. ਅਸੀਂ ਮਾਫ ਕਰੀਏ, ਚੀਜ਼ਾਂ ਨੂੰ ਦਿਲਾਂ ਦੇ ਵਿੱਚ ਨਾ ਰੱਖੀਏ, ਬਲਕਿ ਮਾਫ ਕਰਕੇ ਤੇ ਅੱਗੇ ਵੱਧ ਜਾਈਏ. Many of these people are hurt themselves. They have been through difficult times themselves, and they manifest in bad ways. ਔਰ ਬਥੇਰੇ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਜਿਹੜਾ ਉਹ ਦੁੱਖ ਪਹੁੰਚਾਉਂਦੇ ਨੇ ਔਰ ਉਹ ਬੁਰੀ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਆਪਣੇ ਅੰਦਰ ਜਿਹੜਾ ਨਾ ਉਹਨਾਂ ਦੇ ਅੰਦਰ ਸਮਾਉਂਦੀਆਂ ਨੇ. And so we need to be sensitive to this type of people. ਔਰ ਸਾਨੂੰ ਬਹੁਤ ਧਿਆਨ ਰੱਖਣਾ ਇੱਦਾਂ ਦੇ ਲੋਕਾਂ ਦਾ. But at the same time, ਔਰ ਇਸ ਨਾਲ ਹੀ we cannot have people coming and disturbing the peace of the church and making a problem for the other members of the church. ਔਰ ਸਾਨੂੰ ਧਿਆਨ ਰੱਖਣਾ ਇੱਦਾਂ ਦੇ ਲੋਕਾਂ ਦਾ ਵੀ ਜੋ ਕਿ ਕਲੀਸਿਆ ਦੇ ਵਿੱਚ ਆ ਕੇ ਕਲੀਸਿਆ ਨੂੰ ਤੰਗ ਕਰਨ ਜਾਂ ਕਲੀਸਿਆ ਦਾ ਜਿਹੜਾ ਅਮਨ ਹੈ ਉਹਨੂੰ ਖਰਾਬ ਕਰਨ. We need to have the wisdom to deal with people like this as well. ਔਰ ਸਾਨੂੰ ਬੁੱਧੀ ਹੋਣੀ ਚਾਹੀਦੀ ਹੈ ਇੱਦਾਂ ਦੇ ਲੋਕਾਂ ਦੇ ਨਾਲ ਵਰਤਾਓ ਕਰਨ ਦੀ. And if we need to sometimes have a strong word with somebody in love, then we need to do that in private. ਔਰ ਸਾਨੂੰ ਅਗਰ ਉਹਨਾਂ ਦੇ ਨਾਲ ਜਿਹੜਾ ਉਹ ਸਖਤੀ ਦੇ ਨਾਲ ਗੱਲ ਕਰਨੀ ਹੈ ਤਾਂ ਅਸੀਂ ਪਿਆਰ ਨੂੰ ਵਰਤਦੇ ਹੋਏ ਉਹਨਾਂ ਦੇ ਨਾਲ ਅਲੱਗਗੀ ਦੇ ਵਿੱਚ ਜਾ ਕੇ ਗੱਲ ਕਰੀਏ. And not in public where we will insult them, and that wouldn't be right. ਨਾ ਕਿ ਸਾਰੇ ਲੋਕਾਂ ਦੇ ਸਾਹਮਣੇ ਤਾਂ ਕਿ ਉਹ ਬੇਇੱਜ਼ਤੀ ਜਿਹੜਾ ਉਹਨੂੰ ਮਹਿਸੂਸ ਨਾ ਕਰਨ. Now Solomon chapter 2, Kahota chapter 2 verse 15. ਕਹੋਤਾ ਉਹਦਾ ਚੈਪਟਰ 2 ਤੇ ਉਹਦੀ ਆਇਤ 15 ਅਸੀਂ ਸੁਣਾਂਗੇ ਰਿਕਾਰਡਿੰਗ ਦੇ ਵਿੱਚ. ਕਹੋਤਾ 2:15 ਜਿਨ੍ਹਾਂ ਦੀ ਚਾਲ ਚਲਨ ਵਿੰਗ ਤੜਿੰਗ ਅਤੇ ਜਿਨ੍ਹਾਂ ਦੇ ਰਾਹ ਅਸੰਗਤ ਹਨ. So it says here, I believe that the little foxes spoil the vineyard. ਇੱਥੇ ਲਿਖਿਆ ਹੋਇਆ ਕਿ ਜਿਹੜੀਆਂ ਲੂੰਬੜੀਆਂ ਹੁੰਦੀਆਂ ਨੇ ਉਹ ਜਿਹੜਾ ਨਾ ਉਹ ਅੰਗੂਰਾਂ ਦਾ ਜਿਹੜਾ ਬਾਗ ਹੈ ਉਹਨਾਂ ਨੂੰ ਤਬਾਹ ਕਰ ਦਿੰਦੀਆਂ ਨੇ. And so we must be careful that symbolically that people will not come and destroy the vineyard of the church. ਅਸੀਂ ਇੱਥੇ ਲਵਾਂਗੇ ਅਸੀਂ ਉਹਨਾਂ ਦਾ ਅਸੀਂ ਇਸ ਆਇਤ ਨੂੰ ਲਵਾਂਗੇ ਕਿ ਅਸੀਂ ਸਾਨੂੰ ਧਿਆਨ ਰੱਖਣਾ ਹੈ ਅਸੀਂ ਇਸ ਚੀਜ਼ ਨੂੰ ਕਿ ਕੋਈ ਆ ਕੇ ਜਿਹੜਾ ਸਾਡੇ ਕਲੀਸਿਆ ਦਾ ਜਿਹੜਾ ਅੰਗੂਰਾਂ ਦਾ ਬਾਗ ਹੈ ਇੱਕ ਜਿਹੜਾ ਸਾਡਾ ਅੰਗੂਰਾਂ ਦਾ ਬਾਗ ਹੈ ਅਸੀਂ ਖਿਆਲੀ ਤੌਰ 'ਤੇ ਅਸੀਂ ਇਸ ਚੀਜ਼ ਨੂੰ ਕਹਿ ਰਹੇ ਹਾਂ ਕਿ ਕੋਈ ਆ ਕੇ ਉਹਨੂੰ ਤਬਾਹ ਨਾ ਕਰੇ. God will test our love for people as well. ਔਰ ਖੁਦਾ ਸਾਡੇ ਪਿਆਰ ਨੂੰ ਪਰਖਦੇ ਨੇ ਲੋਕਾਂ ਦੇ ਲਈ. Because people have weaknesses, they have faults, they are not perfect. ਕੋਈ ਵੀ ਸਹੀ ਨਹੀਂ ਹੁੰਦਾ, ਲੋਕਾਂ ਦੇ ਵਿੱਚ ਕਮੀਆਂ ਕਮਜ਼ੋਰੀਆਂ ਹੁੰਦੀਆਂ ਨੇ. And so we will have to love those type of people. ਔਰ ਸਾਨੂੰ ਇੰਜ ਦੇ ਲੋਕਾਂ ਨਾਲ ਪਿਆਰ ਕਰਨਾ ਹੈ. We are not perfect. ਅਸੀਂ ਵੀ ਮੁਕੰਮਲ ਤੌਰ ਤੇ but we are made righteous by Jesus because he shed his blood and he bought us with that sacrifice. ਪਰ ਅਸੀਂ ਜਿਹੜਾ ਉਹ ਰਾਸਤਬਾਜ਼ ਤੇ ਅਸੀਂ ਬਖਸ਼ੇ ਗਏ ਹਾਂ ਪ੍ਰਭੂ ਯਿਸੂ ਦੇ ਲਹੂ ਦੇ ਦੁਆਰਾ. And so we must stand in the gap for people. ਔਰ ਅਸੀਂ ਜਿਹੜਾ ਆਓ ਦਰਮਿਆਨੀ ਬਣੀਏ, ਦਰਮਿਆਨ ਦੇ ਵਿੱਚ ਅਸੀਂ ਆ ਕੇ ਖਲੋਈਏ ਇਦਾਂ ਦੇ ਲੋਕਾਂ ਦੇ ਲਈ. Many of you who are not yet देखभाल या pastoral care workers will have the opportunity probably in the future to look after people. ਅਸੀਂ ਅੱਗੇ ਚੱਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਦਾ ਧਿਆਨ ਰੱਖਣਾ, ਉਹਨਾਂ ਦਾ ਖਿਆਲ ਰੱਖਣੇ ਦਾ ਵੀ ਜਿਹੜਾ ਅਸੀਂ ਉਹ ਬੰਦੋਬਸਤ ਕਰਾਂਗੇ, ਜਿਵੇਂ ਕਿ ਬਥੇਰੇ ਤੁਸੀਂ ਇਸ ਚੀਜ਼ ਤੋਂ ਵਾਕਿਫ ਨਹੀਂ ਔਰ ਨਾ ਹੀ ਤੁਹਾਡਾ ਇਹਦਾ ਧਿਆਨ ਰੱਖਾ ਗਿਆ. Just like Jesus stood in the gap for you and for me. ਸਹੀ ਉਸੇ ਤਰ੍ਹਾਂ ਜਿਵੇਂ ਪ੍ਰਭੂ ਯਿਸੂ ਮੇਰੇ ਔਰ ਤੁਹਾਡੇ ਦੇ ਲਈ ਦਰਮਿਆਨ ਦੇ ਵਿੱਚ ਆ ਕੇ ਖਲੋਤਾ. And so we need to be standing in the gap for others.
ਔਰ ਫਿਰ ਅਸੀਂ ਜਿਹੜਾ ਦੂਜਿਆਂ ਦੇ ਲਈ ਦਰਮਿਆਨੀ ਬਣਨਾ ਹੈ ਦੂਜਿਆਂ ਦੇ ਲਈ Let's listen to Hebrews chapter 13 verse 17. ਆਓ ਇਬਰਾਨੀਓ ਉਹਦਾ 13 ਬਾਬ ਤੇ ਉਹਦੀ 17 ਆਇਤ ਸੁਣੀਏ। ਇਬਰਾਨੀਆਂ 13 ਦੀ 17 ਆਇਤ ਅਸੀਂ ਪੜਾਂਗੇ। ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ, ਕਿਉਂ ਜੋ ਉਹ ਉਹਨਾਂ ਵਾਂਗੂ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਿਮਿੱਤ ਜਾਗਦੇ ਰਹਿੰਦੇ ਹਨ। ਭਾਈ ਉਹ ਇਹ ਕੰਮ ਆਨੰਦ ਨਾਲ ਕਰਨ, ਨਾ ਹਉਕੇ ਭਰ ਭਰ ਕੇ, ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ। Amen. So we are called to watch over people. We have been given a big responsibility. ਸਾਨੂੰ ਬਹੁਤ ਹੀ ਵੱਡਾ ਜਿਹੜਾ ਇੱਕ ਕੰਮ ਦਿੱਤਾ ਗਿਆ, ਸਾਨੂੰ ਬਹੁਤ ਹੀ ਵੱਡੀ ਇੱਕ ਜ਼ਿੰਮੇਵਾਰੀ ਦਿੱਤੀ ਗਈ ਆ ਕਿ ਅਸੀਂ ਬੁਲਾਏ ਗਏ ਆ, ਅਸੀਂ ਸੱਦੇ ਗਏ ਆ, ਸਾਨੂੰ ਚੁਣਿਆ ਗਿਆ ਲੋਕਾਂ ਦਾ ਧਿਆਨ ਰੱਖਣ ਦੇ ਲਈ। Instead of criticizing and insulting people and talking bad about them, I think we can do a lot better than that. ਸਾਨੂੰ ਨਾ ਕਿ ਉਹਨਾਂ ਦੇ ਬਾਰੇ 'ਚ ਉਹਨਾਂ ਦੇ ਬਾਰੇ ਬੁਰੀਆਂ ਗੱਲਾਂ ਕਰਨ ਦੇ ਲਈ, ਉਹਨਾਂ ਦੇ ਬਾਰੇ 'ਚ ਉਹ ਬੁਰਾ ਬੋਲਣ ਦੇ, ਬਲਕਿ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਉਹਨਾਂ ਦਾ ਧਿਆਨ ਰੱਖੀਏ, ਉਹਨਾਂ ਨੂੰ ਪਿਆਰ ਦਈਏ, ਉਹਨਾਂ ਨੂੰ ਸਮਝਾਈਏ। The solution is to pray and intercede. ਔਰ go on our knees even. ਸਾਨੂੰ ਜਿਹੜਾ ਇਹਦੇ ਲਈ ਦੁਆ ਕਰਨੀ ਹੈ, ਸਾਨੂੰ ਇਹਦੇ ਲਈ ਆਪਣੇ ਘੁਟਨੇ ਟੇਕਣੇ ਨੇ ਪ੍ਰਭੂ ਦੇ ਸਾਹਮਣੇ। This profits our heart, develops our character, love in us, and brings a serious commitment to the body of Christ. ਔਰ ਇਹ ਕਲੀਸਿਆ ਦੇ ਲਈ ਸਾਡਾ ਪਿਆਰ ਔਰ ਸਾਡੀ ਕਲੀਸਿਆ ਦੇ ਲਈ ਸਾਡੀ ਜਿਹੜੀ ਮੁਹੱਬਤ ਆ, ਔਰ ਉਹ ਸਾਡੇ ਅੰਦਰ ਹੋਰ ਵੱਧਦੀ ਹੈ ਇੱਦਾਂ ਕਰਨ ਨੂੰ, ਔਰ ਪ੍ਰਭੂ ਦੇ ਲਈ ਜਿਹੜਾ ਪਿਆਰ ਹੈ ਉਹ ਸਾਡੇ ਲਈ ਹੋਰ ਮਜ਼ਬੂਤ ਹੁੰਦਾ ਹੈ। Now I want to teach you a rule. ਮੈਂ ਤੁਹਾਨੂੰ ਜਿਹੜਾ ਇੱਕ ਕਾਨੂੰਨ ਜਿਹੜਾ ਇੱਕ ਤੁਹਾਨੂੰ ਸਿਖਾਉਣਾ ਚਾਹੁੰਦਾ ਹਾਂ। When there is a problem amongst members, or say 2 members, ਜਿੱਥੇ ਦੋ ਮੈਂਬਰਾਂ ਦੇ ਵਿੱਚ, ਦੋ ਕਲੀਸਿਆ ਦੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦੇ ਵਿੱਚ ਅਗਰ ਕੋਈ ਪ੍ਰੋਬਲਮ ਹੁੰਦੀ ਹੈ, and when they come to you or when they come to me and they say, oh, this one said this to me, he hurt me, he was bad to me, or whatever they say, ਔਰ ਜਦੋਂ ਮਸਲਾ ਕੋਈ ਹੁੰਦਾ ਦੋ ਧਿਰਾਂ ਦੇ ਦਰਮਿਆਨ ਦੇ ਵਿੱਚ, ਦੋ ਬੰਦਿਆਂ ਦੇ ਦਰਮਿਆਨ ਦੇ ਵਿੱਚ, ਤੇ ਉਹ ਜਦੋਂ ਤੁਹਾਡੇ ਕੋਲ ਲੈ ਕੇ ਆਉਂਦੇ ਔਰ ਕਹਿੰਦੇ ਨੇ ਕਿ ਇਹਨੇ ਮੇਰੇ ਨਾਲ ਇੰਝ ਕੀਤਾ ਹੈ, ਦੂਜਾ ਕਹਿੰਦਾ ਇਹਨੇ ਮੇਰੇ ਨਾਲ ਇੰਝ ਕੀਤਾ ਹੈ, ਤੇ ਉਹ ਇਹ ਜਦੋਂ ਮਸਲਾ ਲੈ ਕੇ ਤੁਹਾਡੇ ਕੋਲ ਆਉਂਦੇ ਆ, we should not be quick to jump and start solving the problem. ਸਾਨੂੰ ਇੱਕਦਮ ਹੀ ਜਿਹੜਾ ਬਹੁਤ ਹੀ ਛੇਤੀ ਉਹ ਇਸ ਚੀਜ਼ ਦਾ ਹੱਲ ਨਹੀਂ ਕਰਨਾ ਚਾਹੀਦਾ। And Matthew chapter 18 verses 15 to 17 gives us the solution how to deal with people like this when they have problems with each other. ਮੱਤੀ ਉਹਦਾ ਜਿਹੜਾ 18 ਮੱਤੀ 18 15 to 17 ਉਹਦੀ 15 ਤੋਂ 17 ਆਇਤ ਦੇ ਵਿੱਚ ਜਿਹੜਾ ਨਾ ਸਾਨੂੰ ਇਸ ਚੀਜ਼ ਦਾ ਮਿਲਦਾ ਕਿ ਸਿੱਖਿਆ ਮਿਲਦੀ ਹੈ ਪ੍ਰਭੂ ਦੇ ਵਚਨ ਦੇ ਵਿੱਚੋਂ, ਮੱਤੀ ਦੀ ਅੰਜੀਲ ਦੇ ਵਿੱਚ, ਕਿ ਅਸੀਂ ਇਹਦਾ ਜਿਹੜਾ ਹੱਲ ਹੈ ਉਹ ਅਸੀਂ ਕਿਸ ਤਰ੍ਹਾਂ ਕੱਢਣਾ ਹੈ। And even if you are one of the persons, then you can apply this rule to your life as well. ਔਰ ਅਗਰ ਤੁਸੀਂ ਉਹਨਾਂ ਲੋਕਾਂ ਵਿੱਚੋਂ ਇੱਕ ਹੋ ਤੇ ਤੁਸੀਂ ਇਹ ਜਿਹੜੀ ਸਿੱਖਿਆ ਹੈ ਪ੍ਰਭੂ ਦਾ ਵਚਨ ਜਿਹੜਾ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਸਕਦੇ ਹੋ। ਆਓ ਅਸੀਂ ਸੁਣੀਏ। ਮਤੀ ਦੀ ਅੰਜੀਲ ਉਹਦਾ 18ਵਾਂ ਚੈਪਟਰ ਉਹਦੀ 16ਵੀਂ ਆਇਤ ਦੇ ਵਿੱਚ ਲਿਖਿਆ ਹੈ, ਪਰ ਜੇ ਨਾ ਸੁਣੇ ਤਾਂ ਤੂੰ ਇੱਕ ਜਾਂ ਦੋ ਜਣੇ ਆਪਣੇ ਨਾਲ ਹੋਰ ਲੈ, ਤਾਂ ਹਰੇਕ ਗੱਲ 2 ਜਾਂ 3 ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ। Amen. So when there is of course an accusation against an elder as well. ਔਰ ਇੱਥੇ ਜਦੋਂ ਕਿਸੇ ਵੱਡੇ ਦੇ ਬਾਰੇ ਦੇ ਵਿੱਚ ਵੀ ਅਗਰ ਕੋਈ ਮਸਲਾ ਖੜਾ ਹੁੰਦਾ ਹੈ ਜਾਂ ਕੋਈ ਗੱਲ ਕੀਤੀ ਜਾਂਦੀ ਹੈ, there has to be witnesses. ਤੇ ਇੱਥੇ ਸਾਨੂੰ ਜਿਹੜਾ ਗਵਾਹਾਂ ਦੀ ਜ਼ਰੂਰਤ ਪਏਗੀ। But when there is a problem between the two, ਤੇ ਜਦੋਂ ਮਸਲਾ ਦੋ ਲੋਕਾਂ ਦੇ ਦਰਮਿਆਨ ਦੇ ਵਿੱਚ, it's important that the person who has a problem with the other goes to him and tries to deal the problem with the person. ਔਰ ਇੱਥੇ ਜਦੋਂ ਦੋ ਲੋਕਾਂ ਦੇ ਦਰਮਿਆਨ ਦੇ ਵਿੱਚ ਮਸਲਾ ਹੈ, ਉਹ ਚਾਹੀਦਾ ਕਿ ਉਹ ਖੁਦ ਜਾ ਕੇ ਉਸ ਬੰਦੇ ਦੇ ਨਾਲ ਗੱਲ ਕਰੇ ਔਰ ਉਸ
ਮਸਲੇ ਦਾ ਜਿਹੜਾ ਹੱਲ ਹੈ ਉਹ ਕੱਢਣ। If that is not going to be sorted, if that level of initiation will not be sorted, then you can come to the leader and bring it to the leader. ਔਰ ਜਦੋਂ ਇਸ ਚੀਜ਼ ਦਾ ਹੱਲ ਤੁਹਾਡੇ ਕੋਲੋਂ ਖੁਦ ਨਾ ਨਿਕਲਿਓ, ਇਹ ਮਸਲਾ ਇੰਨਾ ਵਿਗੜ ਜਾਏ ਕਿ ਤੁਸੀਂ ਖੁਦ ਉਹਦਾ ਹੱਲ ਨਾ ਕੱਢ ਸਕੋ, ਤੇ ਫਿਰ ਤੁਸੀਂ ਜਿਹੜਾ ਉਹ ਇਸ ਮਸਲੇ ਨੂੰ ਲੀਡਰ ਕੋਲ ਲੈ ਕੇ ਆਓ। And during this time you can be in prayer so that they will be able to deal with the problem. ਔਰ ਇਸ ਸਮੇਂ ਜਿਹੜਾ ਇਸ ਸਮੇਂ ਜੋ ਗੁਜ਼ਰ ਰਿਹਾ ਹੁੰਦਾ ਉਹਦੇ ਵਿੱਚ ਤੁਸੀਂ ਦੁਆ ਕਰੋ, ਤੁਸੀਂ ਪ੍ਰਾਰਥਨਾ ਕਰੋ ਤਾਂ ਕਿ ਇਹਦਾ ਜਿਹੜਾ ਹੱਲ ਹੈ ਉਹ ਨਿਕਲ ਸਕੇ। And many times I have found out ਬਥੇਰੀ ਦਫਾ ਮੈਂ ਇਸ ਚੀਜ਼ ਦਾ ਹੱਲ ਕੱਢਿਆ that when people really talk to each other, things can get resolved. ਜਦੋਂ ਤੁਸੀਂ ਇਹ ਲੋਕ ਆਪਸ ਦੇ ਵਿੱਚ ਗੱਲ ਕਰਦੇ ਨੇ, ਬਾਤਚੀਤ ਕਰਦੇ ਨੇ, ਤੇ ਚੀਜ਼ਾਂ ਦਾ ਜਿਹੜਾ ਮਸਲਿਆਂ ਦਾ ਜਿਹੜਾ ਹੱਲ ਹੈ ਉਹ ਨਿਕਲ ਆਉਂਦਾ ਹੈ। There are also other challenges that leaders will face. ਇੱਥੇ ਬਥੇਰੇ ਹੋਰ ਵੀ ਇਸ ਤਰ੍ਹਾਂ ਦੇ ਚੈਲੰਜਸ ਜਿਹੜੇ ਨੇ ਉਹ ਤੁਹਾਡੇ ਜਿਹੜੇ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਜਿਹੜੇ ਲੀਡਰਸ ਨੂੰ ਸਾਹਮਣਾ ਕਰਨਾ ਪੈਂਦਾ ਇਹਨਾਂ ਦਾ। When there is a distractions of online teachings and preachings, ਜਦੋਂ ਤੁਹਾਡਾ ਧਿਆਨ ਜਿਹੜਾ ਹੈ ਉਹ ਵੱਟਦਾ ਹੈ, ਜਦੋਂ ਤੁਹਾਨੂੰ ਤੁਹਾਡੇ ਅੱਗੇ ਮਸਲੇ ਆਉਂਦੇ ਨੇ ਜਿਹੜੇ ਆਨਲਾਈਨ ਟੀਚਿੰਗ ਜਦੋਂ ਤੁਸੀਂ ਕਰਦੇ ਹੋ। There is a lot of good out there, but there is a lot of false teachings out there as well. ਔਰ ਬਥੇਰੀਆਂ ਜਿਹੜੀਆਂ ਨੇ ਉਹ ਅੱਛੀ ਵੀਡੀਓਜ਼ ਨੇ ਜਿਨ੍ਹਾਂ ਦੇ ਵਿੱਚ ਅੱਛੀ ਸਿੱਖਿਆ ਮਿਲਦੀ ਹੈ, ਲੇਕਿਨ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਗਲਤ ਜਿਹੜੀ ਸਿੱਖਿਆ ਹੈ ਉਹ ਵੀ ਦਿੱਤੀ ਜਾਂਦੀ ਹੈ। And so many times the people have no discernment what is bad, because they think whatever is said sounds good to the ears and it must be the right thing, but many times it is not the right thing. So we need discernment, a park. ਬਥੇਰੀ ਦਫਾ ਜਿਹੜਾ ਹੁੰਦਾ ਹੈ ਅਸੀਂ ਜੋ ਕੁਝ ਸੁਣਦੇ ਹਾਂ ਉਹ ਜੋ ਕੰਨਾਂ ਨੂੰ ਸਾਡਿਆਂ ਨੂੰ ਚੰਗਾ ਲੱਗਦਾ ਹੈ, ਜਿਹੜੇ ਸੋਚਦੇ ਹਾਂ ਕਿ ਸਾਨੂੰ ਅੱਛਾ ਲੱਗਦਾ ਹੈ, ਹਾਲਾਂਕਿ ਉਹ ਅੱਛਾ ਨਹੀਂ ਹੁੰਦਾ। ਲੇਕਿਨ ਇਹੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਤੁਹਾਨੂੰ, ਇਹੀ ਮੈਂ ਦੱਸਣਾ ਚਾਹ ਰਿਹਾ ਕਿ ਸਾਨੂੰ ਪਰਖਣਾ ਚਾਹੀਦਾ ਹੈ, ਸਾਡੇ 'ਚ ਪਰਖਣੇ ਦੀ ਜਿਹੜਾ ਉਹ ਸਾਨੂੰ ਸਮਝ ਹੋਣੀ ਚਾਹੀਦੀ ਹੈ। And we try to warn people to be careful of certain preachers who can easily lead them astray from the truths of God. ਅਸੀਂ ਇਸੇ ਲਈ ਖਬਰਦਾਰ ਤੁਹਾਨੂੰ ਰੱਖਨੇ, ਅਸੀਂ ਤੁਹਾਨੂੰ ਇਸੇ ਲਈ ਕਹਿੰਦੇ ਕਿ ਧਿਆਨ ਵਰਤੋ, ਧਿਆਨ ਦੇ ਨਾਲ ਜਿਹੜਾ ਉਹ ਰਵੋ, ਕਿਉਂਕਿ ਬਥੇਰੇ ਐਸੇ ਲੋਕ ਨੇ ਜਿਹੜਾ ਤੁਹਾਨੂੰ ਉਹ ਭਟਕਾ ਸਕਦੇ ਨੇ, ਤੁਹਾਨੂੰ ਗਲਤ ਰਾਹ ਤੇ ਲਾ ਸਕਦੇ ਨੇ। Many members or people get caught up with online preachers, and then they built a stronghold in their minds. ਬਥੇਰੇ ਜਿਹੜੇ ਲੋਕ ਨੇ ਉਹ ਆਨਲਾਈਨ ਚਰਚ ਜਿਹੜੀ ਟੀਚਿੰਗਸ ਦਿੱਤੀ ਜਾਂਦੀ ਹੈ ਉਹ ਉਹਨਾਂ ਦੀ ਟੀਚਿੰਗ ਨੂੰ ਸੁਣ ਕੇ ਤੇ ਉਹ ਆਪਣੇ ਦਿਮਾਗ ਦੇ ਉੱਤੇ ਜਿਹੜਾ ਉਹਨਾਂ ਨੂੰ ਬਥੇਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਘੇਰ ਲੈਂਦੀਆਂ ਨੇ ਉਹਨਾਂ ਨੂੰ, ਔਰ ਉਹਨਾਂ ਦੇ ਦਿਮਾਗ ਦੇ ਉੱਤੇ ਉਹ ਕਾਬੂ ਕਰ ਲੈਂਦੀਆਂ ਨੇ, ਔਰ ਉਹ ਜਿਹੜਾ ਫਿਰ ਸਹੀ ਜਿਹੜੀ ਸਿੱਖਿਆ ਹੈ ਉਹ ਉਹਦੇ ਤੋਂ ਦੂਰ ਚਲੇ ਜਾਂਦੇ ਨੇ। Stronghold, which is I think ਮਜ਼ਬੂਤ ਗੰਢ ਜਿਹੜੀ ਇਹਨੇ ਲੱਗ ਦਿੰਦੀ। And so they start believing in a lie. ਔਰ ਉਹ ਝੂਠ ਦੇ ਉੱਤੇ ਜਿਹੜਾ ਨਾ ਇਤਬਾਰ ਕਰਨਾ ਸ਼ੁਰੂ ਕਰ ਦਿੰਦੇ। What is a stronghold? ਮਜ਼ਬੂਤ ਗੰਢ ਕੀ ਹੈ? It is a fortified dwelling place where the enemy has got his foothold in our lives. ਇਹ ਉਸ ਐਸੀ ਜਗ੍ਹਾ ਹੈ, ਐਸਾ ਇੱਕ ਮਕਾਮ ਹੈ ਜਿੱਥੇ ਜਿਹੜਾ ਕਿ ਦੁਸ਼ਮਣ ਜਿਹੜਾ ਹੈ ਉਹ ਸਾਨੂੰ ਜਕੜ ਲੈਂਦਾ ਹੈ। Could be a particular area of our life. ਕੋਈ ਵੀ ਸਾਡੀ ਜ਼ਿੰਦਗੀ ਦਾ ਕੋਈ ਹਿੱਸਾ ਹੋ ਸਕਦਾ ਹੈ। It is a strong opinion, a position that we start believing. ਅਸੀਂ ਇੱਕ ਐਸੀ ਇੱਕ ਚੀਜ਼ ਹੁੰਦੀ ਹੈ, ਇੱਕ ਸਾਡਾ ਕੋਈ ਦੂਸਰਾ ਜਿਹੜਾ ਹੁੰਦਾ ਉਹ ਇੱਕ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਜਿਹਦੇ ਤੇ ਅਸੀਂ ਬੜੇ ਮਜ਼ਬੂਤੀ ਦੇ ਨਾਲ ਅਸੀਂ ਉਹਦੇ ਤੇ ਈਮਾਨ ਰੱਖਣਾ ਸ਼ੁਰੂ ਕਰ ਦਿੰਦੇ ਹਾਂ। And so we need to be willing to pay the price to maybe fast and pray intensively to destroy this stronghold in the lives of people which they have built in their lives. ਜਿਹੜੇ ਲੋਕਾਂ ਨੇ ਆਪਣੇ ਮਜ਼ਬੂਤ ਗੰਢ ਜਿਹੜੀ ਉਹਨਾਂ ਨੇ ਆਪਣੇ ਦਿਮਾਗ ਦੇ ਉੱਤੇ ਲਾ ਲੈਂਦੇ ਨੇ ਜਾਂ ਹੋ ਜਾਂਦੀ ਹੈ, ਉਹਦੇ ਲਈ ਅਸੀਂ ਦੁਆ ਕਰਨੀ ਹੈ, ਅਸੀਂ ਰੋਜ਼ੇ ਰੱਖਣੇ ਨੇ ਉਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਦੇ ਲਈ। Fasting is one of the ways to bring strongholds down. ਜਿਹੜਾ ਰੋਜ਼ਾ ਰੱਖਣਾ ਹੈ ਉਹ ਬਹੁਤ ਹੀ ਜ਼ਰੂਰੀ ਹੈ,
ਜਿਹੜਾ ਮਜ਼ਬੂਤ ਗੰਢਾਂ ਜਿਹੜੀਆਂ ਲੱਗਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਢਾਣ ਦੇ ਲਈ fasting is a weapon of spiritual warfare. ਜਿਹੜਾ ਇਹ ਸਾਡੀ ਜਿਹੜੀ ਆਤਮਿਕ ਜਿਹੜੀ ਸਾਡੀ ਜੰਗ ਹੈ ਲੜਾਈ ਹੈ ਉਹਦੇ ਵਿੱਚ ਸਾਡਾ ਇਹ ਹਥਿਆਰ ਹੈ ਬਹੁਤ ਵੱਡਾ ਇਹ ਰੋਜ਼ਾ ਰੱਖਣਾ. And I am not going to teach on fasting on this subject because that is not the main maqsad or the purpose. ਇਹ ਸਾਡਾ ਅੱਜ ਦਾ ਜਿਹੜਾ ਉਹ ਮਕਸਦ ਜਿਹੜਾ ਉਹ ਨਹੀਂ ਆ ਕਿ ਅਸੀਂ ਤੁਹਾਨੂੰ ਰੋਜ਼ੇ ਦੇ ਬਾਰੇ ਜਿਹੜਾ ਸਿੱਖਿਆ ਦਈਏ. But I want to say to you that you are called to stand in the gap to fight for the people. ਤੁਸੀਂ ਬੁਲਾਏ ਗਏ ਹੋ ਕਿ ਤੁਸੀਂ ਦਰਮਿਆਨੀ ਬਣੋ ਤਾਂ ਕਿ ਲੋਕਾਂ ਦੇ ਲਈ ਤੁਸੀਂ ਉਹਨਾਂ ਦੀ ਖਾਤਰ ਤੁਸੀਂ ਉਹਨਾਂ ਦੇ ਕਰਕੇ ਲੜੋ. So that the people who are misled, deceived, the people who are struggling, who are weak, will find strength and deliverance through your praying and through your effort. ਜਿਹੜੇ ਲੋਕ ਭਟਕ ਗਏ ਨੇ ਜਾਂ ਭਟਕਾ ਦਿੱਤੇ ਗਏ ਨੇ ਜਾਂ ਜਿਹੜੇ ਗੁਨਾਹ ਵਿੱਚ ਚਲੇ ਗਏ ਨੇ ਜਿਹੜੇ ਦੂਰ ਚਲੇ ਗਏ ਨੇ ਤੁਸੀਂ ਉਹਨਾਂ ਦੇ ਲਈ ਦੁਆ ਕਰੋ ਔਰ ਤੁਹਾਡੀ ਤਾਕਤ ਉਹਨਾਂ ਦੀ ਤਾਕਤ ਬਣੇ ਔਰ ਉਹ ਵਾਪਸ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸਹੀ ਕਰਨ. Let's listen to Isaiah 58 verse 12. ਯਸਾਇਆ ਨਬੀ ਉਹਦਾ 58 ਬਾਬ ਤੋਂ ਦੀ ਵਰਸ 12 ਸੁਣੀਏ. ਇਸ਼ਾਇਆ ਦੀ ਬੁੱਕ ਤੇ ਉਹਦਾ 58 ਚੈਪਟਰ ਉਹਦੀ 12ਵੀਂ ਆਇਤ ਵਿੱਚ ਅਸੀਂ ਦੇਖਦੇ ਹਾਂ, ਤੇਰੇ ਵਿੱਚੋਂ ਦੇ ਪ੍ਰਾਚੀਨ ਥਾਵਾਂ ਨੂੰ ਉਸਾਰਨਗੇ, ਤੂੰ ਬਹੁਤੀਆਂ ਪੀੜ੍ਹੀਆਂ ਦੀਆਂ ਨੀਹਾਂ ਉਠਾਵੇਂਗਾ ਅਤੇ ਤੂੰ ਤੇੜ ਦਾ ਮੁਰੰਮਤ ਕਰਨ ਵਾਲਾ ਬਸੇਬਿਆਂ ਦੇ ਰਾਹ ਦਾ ਸੁਧਾਰਕ ਅਖਵਾਵੇਂਗਾ. ਆਮੈਨ. I think in English it says you and I are called to build the old ruins. ਇੰਗਲਿਸ਼ ਦੇ ਵਿੱਚ ਜਿਹੜਾ ਇਹਦਾ ਤਰਜਮਾ ਹੈ ਉਹ ਅਸੀਂ ਲਿਖਿਆ ਕਿ ਅਸੀਂ ਜਿਹੜੇ ਆ ਅਸੀਂ ਬੁਲਾਏ ਗਏ ਆ ਅਸੀਂ ਤਾਂ ਕਿ ਜਿਹੜੀ ਪੁਰਾਣੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਵਿਗੜ ਗਏ ਹੋਏ ਜਿਹੜੇ ਕੰਮ ਨੇ ਉਹਨਾਂ ਨੂੰ ਅਸੀਂ ਸੁਧਾਰੀਏ. So when we talk about the ਬਿਗੜਨੇ ਵਾਲੇ whatever, it is the people. ਜਦੋਂ ਅਸੀਂ ਗੱਲ ਕੀਤੀ ਕਿ ਜਿਹੜੇ ਵਿਗੜੇ ਹੋਏ ਨੇ ਜਾਂ ਜਿਹੜੇ ਖਰਾਬ ਜਿਹੜੇ ਹੋ ਗਏ ਹੋਏ ਨੇ ਉਹਨਾਂ ਲੋਕਾਂ ਦੇ ਜਿਹੜੇ ਲੋਕ ਭਟਕੇ ਨੇ. Moses said he could not do it. He said call somebody else. He said call my brother, he can speak better, but God said I want you. मूसा ने एक कहा कि मैं ਇਹ ਨਹੀਂ ਕਰ ਸਕਦਾ ਕਿਸੇ ਹੋਰ ਨੂੰ ਕਹਿ ਮੇਰੇ ਭਰਾ ਨੂੰ ਕਹਿ ਕਿਉਂਕਿ ਮੈਂ ਤੇ ਸਹੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਲੇਕਿਨ ਪ੍ਰਭੂ ਨੇ ਕਿਹਾ ਕਿ ਮੈਂ ਇਹ ਤੇਰੇ ਕੋਲੋਂ ਹੀ ਕਰਾਉਣਾ. And God will test us as well. ਔਰ ਖੁਦਾ ਸਾਡੀ ਅਜ਼ਮਾਇਸ਼ ਵੀ ਕਰਦੇ ਨੇ. Like he tested Abraham. ਜਿੱਦਾਂ ਉਹਨਾਂ ਨੇ ਖੁਦਾਵੰਦ ਨੇ ਇਬਰਾਹਿਮ ਨੂੰ ਅਜ਼ਮਾਇਆ. He was asked to offer his son. ਉਹਨਾਂ ਨੇ ਕਿਹਾ ਹੈ ਕਿ ਤੂੰ ਆਪਣੇ ਪੁੱਤਰ ਨੂੰ ਕੁਰਬਾਨ ਕਰ. And he passed the test. ਔਰ ਉਹ ਇਸ ਟੈਸਟ ਦੇ ਵਿੱਚ ਜਿਹੜਾ ਉਹ ਪੂਰਾ ਉਤਰਿਆ. And I pray that you will be an overcomer and you will pass the test. ਔਰ ਅਸੀਂ ਇਹ ਕਹਿਣਾ ਅਸੀਂ ਚਾਹੁੰਦੇ ਹਾਂ ਮੈਂ ਚਾਹਾਂਗਾ ਕਿ ਤੁਸੀਂ ਵੀ ਅਜ਼ਮਾਇਸ਼ ਦੇ ਉੱਤੇ ਖਰੇ ਉਤਰੋ ਔਰ ਤੁਸੀਂ ਜਿੱਤੋ. Satan is after worship. ਜਿਹੜਾ ਸ਼ੈਤਾਨ ਹੈ ਉਹ ਪ੍ਰਸਤਿਸ਼ ਦੇ ਮਗਰ ਹੁੰਦਾ ਹੈ. Who are we going to finally worship? Who are the people going to finally worship? ਕੌਣ ਹੈ ਜਿਹਦੀ ਅਸੀਂ ਵਰਸ਼ਿਪ ਕਰਨਗੇ ਲੋਕ ਕੌਣ ਹੈ ਜਿਹਦੀ ਵਰਸ਼ਿਪ ਲੋਕ ਕਰਨ. Our flesh or we will worship Jesus? ਅਸੀਂ ਕਿਸੇ ਜਿਸਮ ਦੀ ਕਰਾਂਗੇ ਜਾਂ ਅਸੀਂ ਪ੍ਰਭੂ ਯਿਸੂ ਦੀ ਕਰਾਂਗੇ. Jesus wants us that we will be worshiping him in spirit and in truth. ਖੁਦਾਵੰਦ ਯਿਸੂ ਮਸੀਹ ਇਹ ਚਾਹੁੰਦੇ ਨੇ ਕਿ ਅਸੀਂ ਰੂਹ ਔਰ ਸੱਚਾਈ ਦੇ ਨਾਲ ਉਹਦੀ ਅਸੀਂ ਪ੍ਰਸਤਿਸ਼ ਕਰੀਏ ਉਹਦੀ ਹਮਦ ਸਨਾ ਕਰੀਏ ਮਹਿਮਾ ਕਰੀਏ. Many people come sometimes late to church. They miss the worship and they just come for the preaching. ਬਥੇਰੇ ਲੋਕ ਜਿਹੜੇ ਨੇ ਉਹ ਪ੍ਰਸਤਿਸ਼ ਦੇ ਸਮੇਂ ਚਰਚ ਦੇ ਵਿੱਚ ਨਹੀਂ ਆਉਂਦੇ ਉਹ ਲੇਟ ਆਉਂਦੇ ਨੇ ਦੇਰ ਨਾਲ ਆਉਂਦੇ ਨੇ ਤਾਂ ਕਿ ਉਹ ਖਾਲੀ ਵਚਨ ਸੁਣਨ. But I want to tell you that worship is very, very important. ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਸਤਿਸ਼ ਜਿਹੜੀ ਹੈ ਉਹ ਬਹੁਤ ਹੀ ਜ਼ਰੂਰੀ ਹੈ. You have to pray that people will be worshippers of God. ਤੁਸੀਂ ਇਹ ਦੁਆ ਕਰਨੀ ਹੈ ਕਿ ਲੋਕ ਜਿਹੜੇ ਨੇ ਉਹ ਪ੍ਰਭੂ ਦੇ ਪਰਸਤਾਰ ਬਣਨ. That is the very thing that the enemy doesn't want people to do. ਇਹੀ ਇੱਕ ਬੜੀ ਜ਼ਰੂਰੀ ਚੀਜ਼ ਹੈ ਜਿਹੜਾ ਦੁਸ਼ਮਣ ਹੈ ਉਹ ਨਹੀਂ ਚਾਹੁੰਦਾ ਕਿ ਉਹ ਲੋਕ ਕਰਨ. So we're going to listen to Revelation chapter Prakash लगता है. Mukashva. The Prakash 13 verse 4. ਅਸੀਂ Revelation Mukashva
ਉਹਦਾ 13 ਬਾਬ ਉਹਦੀ ਵਰਸ 4 ਸੁਣਾਂਗੇ। And then 14 verse 11, Revelation 14 verse 11. ਔਰ ਫਿਰ ਜਿਹੜਾ ਅਸੀਂ ਮੁਕਾਸ਼ਫਾ 14 ਤੇ ਉਹਦੀ 14 ਉਹਦੀ 11 ਆਇਤ ਵੀ ਸੁਣਾਂਗੇ। ਪ੍ਰਕਾਸ਼ ਦੀ ਪੋਥੀ ਉਹਦਾ 13 ਅਧਿਆਏ ਉਹਦੀ 4 ਆਇਤ। ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਇਸ ਲਈ ਜੋ ਉਸ ਨੇ ਉਸ ਦਰਿੰਦੇ ਨੂੰ ਆਪਣਾ ਇਖਤਿਆਰ ਦਿੱਤਾ ਸੀ। ਨਾਲੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਭਈ ਇਸ ਦਰਿੰਦੇ ਦੇ ਤੋਲ ਕੌਣ ਹੈ ਅਤੇ ਕੌਣ ਇਹਦੇ ਨਾਲ ਲੜ ਸਕਦਾ ਹੈ। ਪ੍ਰਕਾਸ਼ ਦੀ ਪੋਥੀ ਉਹਦਾ 14 ਅਧਿਆਏ ਔਰ ਉਹਦੀ 11 ਆਇਤ। ਅਤੇ ਉਹਨਾਂ ਦੇ ਕਸ਼ਟ ਦਾ ਧੂੰਆਂ ਯੁਗੋ ਯੁਗ ਉੱਠਦਾ ਰਹਿੰਦਾ ਹੈ। ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹਦੇ ਨਾਮ ਦਾ ਦਾਗ ਲਵਾਉਂਦੇ ਹਨ ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ। So the enemy wants us to rob us of the worship for Jesus. ਜਿਹੜਾ ਸਾਡਾ ਦੁਸ਼ਮਣ ਹੈ ਉਹ ਚਾਹੁੰਦਾ ਹੈ ਸਾਨੂੰ ਚੁਰਾਉਣਾ ਚਾਹੁੰਦਾ ਹੈ ਸਾਨੂੰ ਕਿ ਅਸੀਂ ਜਿਹੜਾ ਉਹ ਪ੍ਰਭੂ ਯਿਸੂ ਦੀ ਜਿਹੜੀ ਹੈ ਮਹਿਮਾ ਉਹ ਤੇ ਉਹਦੀ ਪ੍ਰਸਤਿਸ਼ ਨਾ ਕਰੀਏ। He wants to keep us busy with the things of the world, to worship the things that are not of God. ਉਹ ਸਾਨੂੰ ਇਸ Go after them. ਉਹ ਸਾਨੂੰ ਇਸ ਦੁਨੀਆ ਦੀ ਚੀਜ਼ਾਂ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਸਾਨੂੰ ਮਗਨ ਰੱਖਣਾ ਚਾਹੁੰਦਾ ਹੈ ਔਰ ਸਾਨੂੰ ਦੂਰ ਕਰਨਾ ਚਾਹੁੰਦਾ ਹੈ ਜਿਹੜੀਆਂ ਖੁਦਾ ਦੀ ਪ੍ਰਸਤਿਸ਼ ਤੋਂ ਤੇ ਸਾਨੂੰ ਦੁਨੀਆ ਦੀ ਚੀਜ਼ਾਂ ਦੇ ਵਿੱਚ ਜਿਹੜਾ ਉਹ ਪਿਲਾਉਂਦਾ ਤੇ ਫਸਲਾਉਂਦਾ ਹੈ। For non-Christians, he wants them to have idols in their lives. ਜਿਹੜੇ ਗੈਰ ਮਸੀਹੀ ਨੇ ਉਹ ਚਾਹੁੰਦਾ ਕਿ ਉਹ ਜਿਹੜੇ ਉਹਨਾਂ ਦੇ ਬੁੱਤ ਨੇ ਉਹ ਉਹਨਾਂ ਦੀ ਪ੍ਰਸਤਿਸ਼ ਕਰਦੇ ਰਹਿਣ। Idol is something that is more important than God. ਜਿਹੜੇ ਬੁੱਤ ਨੇ ਜਿਹੜੇ ਆਈਡਲਸ ਦੇ ਬਣਾਉਂਦੇ ਅਸੀਂ ਮੂਰਤੀ ਪੂਜਾ ਜਿਹੜੀ ਹੈ ਉਹ ਜ਼ਿਆਦਾ ਜ਼ਰੂਰੀ ਹੈ ਪ੍ਰਭੂ ਕੋਲੋਂ। But in symbolic way, the idol can be something that is more important than God. Could be your wife, could be a hobby, could be a car, could be a career, your job. ਬਥੇਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਅਗਰ ਸੋਚਿਆ ਜਾਏ ਤੇ ਅਸੀਂ ਉਹਨਾਂ ਨੂੰ ਆਈਡਲ ਬਣਾਉਂਦੇ ਹਾਂ ਔਰ ਸਾਡੇ ਜ਼ਿੰਦਗੀ ਦੇ ਵਿੱਚ ਉਹ ਅਸੀਂ ਉਹਨਾਂ ਨੂੰ ਪੂਜਣਾ ਸ਼ੁਰੂ ਕਰਦੇ ਹਾਂ। ਜਿਵੇਂ ਬਥੇਰੇ ਲੋਕ ਪੈਸੇ ਨੂੰ ਵੱਡੇ ਘਰਾਂ ਨੂੰ ਆਪਣੇ ਆਉਣ ਵਾਲੇ ਸਮੇਂ ਨੂੰ ਚੰਗਾ ਬਣਾਉਣ ਦੇ ਲਈ ਬਥੇਰੇ ਲੋਕ ਗਲਤ ਜਿਹੜੇ ਰਿਲੇਸ਼ਨਸ਼ਿਪ ਹੁੰਦੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪੂਜਦੇ ਨੇ। ਉਹਨਾਂ ਨੂੰ ਜਿੱਦਾਂ ਇੱਕ ਤੌਰ ਦੇ ਉੱਤੇ ਉਹ ਮੂਰਤੀਆਂ ਬਣਾ ਲੈਂਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ। For Christians, it can come in different forms. ਮਸੀਹੀਆਂ ਦੇ ਲਈ ਇਹ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਆ ਸਕਦੀਆਂ ਨੇ। Could be robbing God of tithes. ਪ੍ਰਭੂ ਨੂੰ ਜਿਹੜਾ ਦਇਆ ਯਕੀ ਦੇ ਵਿੱਚੋਂ ਚੋਰੀ ਕਰਨਾ ਜੋ ਦਸਵੰਧ ਜੋ ਹੁੰਦਾ ਹੈ ਦਸਵੰਧ ਜਿਹੜਾ ਹੁੰਦਾ ਹੈ। Busy doing what we want and not being in his will. ਮਸਰੂਫ ਰਹਿਣਾ ਜੋ ਅਸੀਂ ਚਾਹੁੰਦੇ ਹਾਂ ਨਾ ਕਿ ਉਹਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਕਰਨਾ। Less commitment to the body of Christ. ਕਮ ਸਮੇਂ ਦੇਣਾ ਪ੍ਰਭੂ ਦੇ ਕੰਮਾਂ ਨੂੰ ਕਲੀਸਿਆ ਦੇ ਵਿੱਚ ਕਮ ਸਮੇਂ ਦੇਣਾ। As I said to you, coming late to church, missing the worship, or just not taking really serious interest. ਜਿਵੇਂ ਅਸੀਂ ਕਿਹਾ ਕਿ ਖੁਦਾਵੰਦ ਦੇ ਘਰ ਮੀਟਿੰਗਸ ਦੇ ਵਿੱਚ ਲੇਟ ਆਉਣਾ ਵਰਸ਼ਿਪ ਦਾ ਹਿੱਸਾ ਜਿਹੜਾ ਹੈ ਉਹਨੂੰ ਨਾ ਅਟੈਂਡ ਕਰਨਾ। The true worshipper of God will be interested in doing the will of God. ਜਿਹੜੇ ਸੱਚੇ ਪ੍ਰਭੂ ਦੇ ਪਰਸਤਾਰ ਨੇ ਜਿਹੜੇ ਸੱਚੇ ਪ੍ਰਭੂ ਦੇ ਲੋਕ ਨੇ ਉਹ ਖੁਦਾ ਪ੍ਰਭੂ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਰਹਿਣ। We have an amazing example of Job in the Bible. ਅਸੀਂ ਬਹੁਤ ਹੀ ਜਿਹੜੀ ਹੈ ਕਿ ਜ਼ਬਰਦਸਤ ਜਿਹੜੀ ਹੈ ਉਹ ਸਾਡੇ ਕੋਲ ਮਿਸਾਲ ਆ ਜੋਬ ਦੀ ਪ੍ਰਭੂ ਦੇ ਵਚਨ ਦੇ ਵਿੱਚ। Despite losing so many things, his wife, his wealth, his children, he worshipped God just like anything. ਉਹਨੇ ਸਭ ਕੁਝ ਆਪਣਾ ਜਦੋਂ ਉਹਦੇ ਕੋਲੋਂ ਚਲ ਗਿਆ ਸਾਰੀ ਜ਼ਿੰਦਗੀ ਦੀ ਉਹਦੀ ਜਮ੍ਹਾਂ ਪੂੰਜੀ ਪੈਸਾ ਉਹਦੇ ਬੱਚੇ ਉਹਦਾ ਕਾਰੋਬਾਰ ਉਹਦੀ ਬੀਵੀ ਫਿਰ ਵੀ ਉਹਨੇ ਪ੍ਰਭੂ ਦੀ ਇੱਦਾਂ ਮਹਿਮਾ ਕੀਤੀ ਕਿ ਜਿਹਦੀ ਕੋਈ ਮਿਸਾਲ ਨਹੀਂ ਮਿਲਦੀ। And so we must be fighting in prayer for people to be
through worshippers. ਸਾਨੂੰ ਇਸ ਚੀਜ਼ ਦੇ ਲਈ ਲੜਾਈ ਕਰਨੀ ਹੈ ਦੁਆ ਦੇ ਵਿੱਚ ਅਸੀਂ ਕਿ ਜਿਹੜੇ ਲੋਕ ਨੇ ਉਹ ਪ੍ਰਭੂ ਦੀ ਸੱਚੇ ਦਿਲ ਦੇ ਨਾਲ ਮਹਿਮਾ ਕਰਨ. We have to pray for people to be repentant of their sins. We have to pray that they will have humility, and of course it also applies to us as well. ਅਸੀਂ ਦੁਆ ਕਰਨੀ ਹੈ ਕਿ ਜਿਹੜੇ ਲੋਕ ਨੇ ਉਹ ਪ੍ਰਭੂ ਦਾ ਪ੍ਰਭੂ ਦੇ ਅੱਗੇ ਆ ਕੇ ਆਪਣੇ ਆਪ ਨੂੰ ਉਹ ਦੁਆ ਕਰਨ, ਆਪਣਾ ਛੁਟਕਾਰਾ ਹਾਸਲ ਕਰਨ, ਆਪਣੇ ਤੋਬਾ ਕਰਨ ਔਰ ਆਪਣੇ ਅੰਦਰ ਜਿਹੜਾ ਇਨਸਾਨੀਅਤ ਜਿਹੜਾ ਉਹ ਉਹਨਾਂ ਦੇ ਅੰਦਰ ਹੋਵੇ. ਇਹ ਨਾ ਸਿਰਫ ਹੋਰਾਂ ਵਾਸਤੇ, ਇਹ ਸਾਡੇ ਵਾਸਤੇ ਵੀ, ਇਹ ਸਾਡੀ ਜ਼ਿੰਦਗੀ 'ਚ ਵੀ ਇੱਦਾਂ ਹੀ ਹੋਣਾ ਚਾਹੀਦਾ. Genesis chapter 3 verse 14. ਪੈਦਾਇਸ਼ ਉਹਦਾ 3 verse 14. ਪੈਦਾਇਸ਼ ਉਹਦਾ ਤੀਸਰਾ ਬਾਬ ਉਹਦੀ 14 ਆਇਤ ਅਸੀਂ ਰਿਕਾਰਡਿੰਗ ਦੇ ਵਿੱਚ ਸੁਣਾਂਗੇ. ਉਤਪਤ 3 ਦੀ 14. ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ, ਭਈ ਇਸ ਲਈ ਕਿ ਤੂੰ ਇਹ ਕੰਮ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਵੱਧ ਸ਼ਰਾਪੀ ਹੈ. ਤੂੰ ਆਪਣੇ ਢਿੱਡ ਭਾਰ ਤੁਰੇਂਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਂਗਾ. So the devil is eating the dust of the ground. That is his place now. ਔਰ ਸ਼ੈਤਾਨ ਦੀ ਜਿਹੜੀ ਜਗ੍ਹਾ ਹੈ ਉਹ ਮਿੱਟੀ ਖਾਣਾ ਹੈ, ਮਿੱਟੀ ਜ਼ਮੀਨ ਦੀ ਖਾਕ ਖਾਣਾ, ਔਰ ਇਹ ਉਹਦੀ ਜਗ੍ਹਾ ਹੈ. And that is something that he also wants us to drag into, to eat the dust in the spiritual sense. ਔਰ ਇਹੀ ਰੂਹਾਨੀ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜਾ ਨਾ ਰੂਹਾਨੀ ਤਰੀਕੇ ਦੇ ਨਾਲ ਅਸੀਂ ਅਗਰ ਇਸ ਗੱਲ ਦਾ ਜ਼ਿਕਰ ਕਰੀਏ, ਇਸ ਗੱਲ ਦੇ ਬਾਰੇ ਸੋਚੀਏ, ਤੇ ਉਹੀ ਚਾਹੁੰਦਾ ਹੈ ਕਿ ਅਸੀਂ ਵੀ ਜਿਹੜਾ ਖਾਕ ਛਾਨੀਏ. So we need to be praying for people that they will not be eating the dust in the spiritual sense, but they will be eating God's word and getting fed with God. ਅਸੀਂ ਇਹੀ ਦੁਆ ਕਰੀਏ ਕਿ ਲੋਕ ਜਿਹੜੇ ਨੇ ਉਹ ਇਸ ਜ਼ਮੀਨ ਦੀ ਧੂਲ ਨਾ ਖਾਵਣ ਸ਼ੈਤਾਨ ਦੀ ਤਰ੍ਹਾਂ, ਬਲਕਿ ਉਹ ਜਿਹੜਾ ਖੁਦਾ ਦੇ ਵਚਨ ਦੇ ਵਿੱਚੋਂ ਖਾਵਣ, ਖੁਦਾ ਦੇ ਵਚਨ ਦੇ ਵਿੱਚੋਂ ਜ਼ਿੰਦਗੀ ਦੀ ਰੋਟੀ ਖਾਵਣ. Ask for mercy and for forgiveness for these people. ਔਰ ਖੁਦਾ ਦਾ ਰਹਿਮ ਔਰ ਖੁਦਾ ਦੇ ਤਰਸ ਔਰ ਖੁਦਾਵੰਦ ਦੀ ਮਾਫੀ ਉਹਨਾਂ ਦੇ ਲਈ ਮੰਗੀਏ. So a lot depends on us how we are going to respond to God for these people, because they have no strength, they have no ability to pray for themselves, and God is relying on you and me to do spiritual warfare for these people. ਅਸੀਂ ਇਹਦੇ ਵਿੱਚ ਸਾਡਾ ਬੜਾ ਕਿਰਦਾਰ ਹੈ ਕਿ ਅਸੀਂ ਕਿਉਂਕਿ ਉਹਨਾਂ ਦੇ ਲਈ ਦੁਆ ਕਰਨੀ ਹੈ. ਅਸੀਂ ਉਹਨਾਂ ਦੇ ਲਈ ਦੁਆ ਕਰਨੀ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਉਹ ਕੀ ਕਰ ਰਹੇ ਨੇ, ਜਾਂ ਉਹਨਾਂ ਨੇ ਕਿਵੇਂ ਇਸ ਚੀਜ਼ ਦੇ ਨਾਲ ਜਿਹੜਾ ਉਹ ਲੜਾਈ ਲੜਨੀ ਹੈ, ਕਿਉਂਕਿ ਇਹ ਸਾਡੇ ਉੱਤੇ ਬੜਾ ਸਾਡਾ ਬੜਾ ਇਹਦੇ ਵਿੱਚ ਕਿਰਦਾਰ ਹੈ, ਸਾਡੇ ਤੇ ਬੜਾ ਬੋਝ ਇਸ ਚੀਜ਼ ਦਾ ਕਿ ਅਸੀਂ ਜਿਹੜਾ ਇਹ ਕਰਨਾ ਹੈ ਉਹਨਾਂ ਦੇ ਲਈ, ਕਿਉਂਕਿ ਉਹ ਨਹੀਂ ਜਾਣਦੇ ਕਿ ਉਹਨਾਂ ਦੇ ਉੱਤੇ ਕਿਹੋ ਜਿਹੀ ਮੁਸੀਬਤ. People are caught up in the world big time. ਲੋਕ ਦੁਨੀਆ ਦੇ ਵਿੱਚ ਬੜੇ ਹੀ ਬੁਰੇ ਤਰੀਕੇ ਨਾਲ ਫਸ ਚੁੱਕੇ ਨੇ. There are so many things that the world offers them, and they fall for their temptation. ਔਰ ਕਿਵੇਂ ਹੀ ਐਸੀ ਚੀਜ਼ਾਂ ਨੇ ਜਿਨ੍ਹਾਂ ਦੀ ਅਜ਼ਮਾਇਸ਼ ਜਿਹੜੀ ਹੈ ਦੁਨੀਆ ਦੇ ਵਿੱਚ ਉਹਨਾਂ ਤੇ ਆਉਂਦੀ ਹੈ ਔਰ ਉਹਦੇ ਵਿੱਚ ਗਿਰ ਜਾਂਦੇ ਨੇ. So we must be fighting and standing in the gap so that the people will be free of the world and be of the kingdom. ਅਸੀਂ ਇਹ ਦੁਆ ਕਰਨੀ ਔਰ ਅਸੀਂ ਦਰਮਿਆਨ ਦੇ ਵਿੱਚ ਖਲੋਣਾ, ਕਿਉਂਕਿ ਉਹ ਦੁਨੀਆ ਕੋਲੋਂ ਅਲੱਗ ਹੋਣ, ਦੁਨੀਆ ਦੀਆਂ ਚੀਜ਼ਾਂ ਤੋਂ ਆਜ਼ਾਦ ਹੋਣ ਔਰ ਪ੍ਰਭੂ ਦੀ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਿਸ ਬਣਨ. Hallelujah. Hallelujah. Then we have the enemy who is also working against us. So we have the world, then we have the enemy. ਅਸੀਂ ਫਿਰ ਇੱਕ ਦੁਸ਼ਮਣ ਵੀ ਹੈ ਜਿਹੜਾ ਸਾਡੇ ਖਿਲਾਫ ਹਮੇਸ਼ਾ ਕੰਮ ਕਰਦਾ ਹੈ. ਅਸੀਂ ਦੁਨਿਆਵੀ ਚੀਜ਼ਾਂ ਨੇ ਔਰ ਫਿਰ ਸਾਡਾ ਦੁਸ਼ਮਣ ਵੀ ਹੈ. And that is where we need to pay more attention. ਔਰ ਉੱਥੇ ਜਿਹੜਾ ਅਸੀਂ ਹੋਰ ਧਿਆਨ ਦੇਣਾ ਹੈ. As we all know his tricks and his cunningness. ਅਸੀਂ ਜਾਣਦੇ ਹਾਂ ਉਹਦੀ ਜਿਹੜੀ ਹੁਸ਼ਿਆਰੀ ਹੈ, ਉਹਦੀ ਜਿਹੜੀ ਚਲਾਕੀ ਹੈ. How he whispers and misleads people. ਔਰ ਕਿਵੇਂ ਉਹ ਲੋਕਾਂ ਦੇ ਕੰਨਾਂ ਦੇ ਵਿੱਚ ਜਾ ਕੇ ਗੱਲਾਂ ਕਰਦਾ ਹੈ ਔਰ ਲੋਕਾਂ ਦਾ ਧਿਆਨ ਵੰਡਦਾ ਹੈ. How he could take somebody off the track. ਔਰ ਕਿਵੇਂ ਉਹ ਉਹਨਾਂ ਦਾ ਧਿਆਨ ਹੈ ਉਹ ਕਿਵੇਂ ਵਟਣਾ ਹੈ, ਉਹਨਾਂ ਨੂੰ ਕਿਵੇਂ ਭਟਕਾਉਣਾ ਉਹਨਾਂ ਦੀ ਰਾਹ ਤੋਂ. Then we have got the flesh to deal with. ਔਰ ਫਿਰ ਅਸੀਂ ਜਿਸਮ ਵੀ ਹੈ ਸਾਡਾ ਜਿਹੜਾ ਉਹਦੇ ਨਾਲ ਕਿਵੇਂ ਕੰਮ ਕਰਦਾ, ਸਰੀਰਿਕ. So we got 3 enemies.
ਔਰ ਅਸੀਂ ਸਾਡੇ ਜਿਹੜਾ 3 ਦੁਸ਼ਮਣ ਨੇ So as leaders, we need to be targeting these 3 things. ਔਰ ਲੀਡਰ ਹੁੰਦੇ ਹੋਏ ਅਸੀਂ ਇਹਨਾਂ ਤਿੰਨੋਂ ਚੀਜ਼ਾਂ ਤੇ ਜਿਹੜਾ ਅਸੀਂ ਧਿਆਨ ਦੇਣਾ ਹੈ। The influence of the world upon the people, ਜਿਹੜਾ ਲੋਕਾਂ ਦੇ ਉੱਤੇ ਜਿਹੜਾ ਦੁਨੀਆ ਦਾ ਅਸਰ ਹੁੰਦਾ ਹੈ, the tricks and the doings of the enemy upon their ਔਰ lives, ਜਿਹੜੇ ਉਹਨਾਂ ਦੇ ਦੁਸ਼ਮਣ ਦੇ ਜਿਹੜੇ ਕੰਮ ਨੇ ਜਿਹੜੀਆਂ and the flesh ਔਰ ਜਿਹੜਾ ਸਰੀਰਿਕ ਜਿਹੜੀ desires. ਜਿਹੜੀਆਂ ਖੁਆਇਸ਼ਾਂ ਨੇ Those come from within us. ਜਿਹੜੀਆਂ ਸਾਡੇ ਅੰਦਰੋਂ ਸਰੀਰਿਕ ਸਾਡੀਆਂ ਜਿਹੜੀਆਂ ਸਰੀਰ ਦੀਆਂ ਸਾਡੇ ਜਿਹੜਾ ਸਰੀਰ ਹੈ ਬਦਨ ਹੈ ਇਹਦੀ ਜਿਹੜੀ ਖੁਆਇਸ਼ਾਂ ਨੇ Because many times we can be blaming the world, ਬਥੇਰੀ ਦਫਾ ਅਸੀਂ ਦੁਨੀਆ ਦੇ ਉੱਤੇ ਜਿਹੜਾ ਅਸੀਂ ਉਹ ਦੁਨੀਆ ਨੂੰ ਉਸ ਚੀਜ਼ ਦਾ ਕਸੂਰਵਾਰ ਠਹਿਰਾਉਂਦੇ ਹਾਂ or we can blame the enemy. ਔਰ ਅਸੀਂ ਦੁਸ਼ਮਣ ਨੂੰ ਕਸੂਰਵਾਰ But ਠਹਿਰਾਉਂਦੇ ਹਾਂ actually, in fact, it is our own flesh. But- It is what we desire. ਪਰ ਜਦੋਂ ਅਸੀਂ ਸਹੀ ਦੇਖਦੇ ਹਾਂ ਤੇ ਦਰਅਸਲ ਜਿਹੜੀ ਹੈ ਸਾਡੀ ਆਪਣੀ ਉਹ ਜਿਹੜਾ ਗਲਤੀ ਹੁੰਦੀ ਹੈ Because Romans chapter 6 and Romans chapter 8, ਰੋਮੀਓ ਉਹਦਾ 6ਵਾਂ ਬਾਬ ਤੇ ਉਹਦਾ 8ਵਾਂ ਬਾਬ it talks about the flesh and the spiritual nature are in enmity with each other. ਅਸੀਂ ਇਹ ਸਿੱਖਦੇ ਹਾਂ ਕਿ ਜਿਹੜਾ ਸਾਡਾ ਜਿਹੜਾ ਸਰੀਰ ਹੈ ਔਰ ਸਾਡੀ ਜਿਹੜੀ ਆਤਮਾ ਹੈ ਉਹ ਦੋਨੋਂ ਆਪਸ ਦੇ ਵਿੱਚ ਜਿਹੜਾ ਨਾ ਉਹਨਾਂ ਦੀ ਫਾਈਟ ਉਹਨਾਂ ਦੀ ਲੜਾਈ ਹੁੰਦੀ ਆ And so we have to be in position to fight for the people. ਅਸੀਂ ਜਿਹੜਾ ਸਾਨੂੰ ਉਸ ਜਗ੍ਹਾ ਹੋਣਾ ਚਾਹੀਦਾ ਸਾਨੂੰ ਉਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਅਸਾਂ ਲੜਾਈ ਲੜਨੀ ਆ ਲੋਕਾਂ ਦੇ ਲਈ Many times God might give you a dream, ਬਥੇਰੀ ਦਫਾ ਪ੍ਰਭੂ ਤੁਹਾਨੂੰ ਸੁਪਨਾ ਦਿਖਾ ਸਕਦੇ ਆ and it could be a prophetic dream. ਔਰ ਇਹ ਜਿਹੜਾ ਇਹ ਕੋਈ ਜਿਹੜਾ ਤੇ ਇਹਦੇ ਵਿੱਚ ਰੂਹਾਨੀ ਜਿਹੜਾ ਇਹ ਪ੍ਰੋਫੈਟਿਕ ਜਿਹੜਾ ਇਹ ਤੁਸੀਂ ਪ੍ਰਭੂ ਵੱਲੋਂ ਤੁਹਾਨੂੰ ਇੱਕ ਕੋਈ ਜਿਹੜਾ ਨਾ ਸੁਪਨਾ ਆ ਸਕਦਾ ਹੈ It could be a vision, a darshan, ਤੁਹਾਨੂੰ ਜਿਹੜਾ ਉਹ ਵਿਜ਼ਨ ਆ ਸਕਦਾ ਦਰਸ਼ਨ ਹੋ ਸਕਦੇ ਨੇ or it could be people have given prophecies for particular members of the church. ਉਹ ਜਾਂ ਜਿਹੜਾ ਤੁਹਾਡੇ ਉੱਤੇ ਜਿਹੜਾ ਨਾ ਨਬੂਵਤ ਤੁਸੀਂ ਉਹ ਹੋ ਸਕਦੀ ਆ ਤੁਹਾਡੇ ਦੁਆਰਾ ਤੁਸੀਂ ਲੋਕਾਂ ਦੇ ਲਈ ਬੋਲ ਸਕਦੇ ਹੋ or not bol sakte ho. It might have been given upon the people. It might have been given. Somebody might have said given a prophecy. ਜਾਂ ਤੁਹਾਡੇ ਬਾਰੇ ਕਿਸੇ ਨੇ ਜਿਹੜਾ ਨਾ ਉਹ ਜਿੱਦਾਂ ਤੁਹਾਡੇ ਲਈ ਕਿਸੇ ਨੇ ਜਿਹੜਾ ਤੁਹਾਨੂੰ ਪ੍ਰੋਫੈਸੀ ਉਹਨੂੰ ਕਹਿੰਦੇ ਆ ਜਿਹੜੀ ਪ੍ਰਭੂ ਦੇ ਵੱਲੋਂ ਤੁਹਾਡੇ ਲਈ ਕੋਈ ਵਚਨ ਜਿਹੜਾ ਉਹ ਆਇਆ And so our responsibility is ਔਰ ਸਾਡੀ ਜ਼ਿੰਮੇਵਾਰੀ ਹੈ to fight ਤੇ ਅਸੀਂ ਲੜਨਾ ਹੈ in line with what God has said will happen. ਜੋ ਪ੍ਰਭੂ ਨੇ ਕਿਹਾ ਉਹ ਹੋਏਗਾ ਅਸੀਂ ਇਹਦੇ ਲਈ ਫਾਈਟ ਕਰਨਾ We cannot say, oh, God has spoken and it will happen. We cannot have that attitude. ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪ੍ਰਭੂ ਨੇ ਕਹਿ ਦਿੱਤਾ ਤੇ ਇਦਾਂ ਹੋਏਗਾ We need to be fighting for it. ਸਾਨੂੰ ਉਹਦੇ ਲਈ ਲੜਾਈ ਕਰਨੀ ਹੈ And look at what Paul said to Timothy. ਆਓ ਸੁਣੀਏ ਕਿ ਪੌਲ ਨੇ ਜਿਹੜਾ ਉਹ ਤਿਮੋਥੀ ਨੂੰ ਕੀ ਕਿਹਾ 1 Timothy chapter 1 verse 18. ਪਹਿਲਾ ਤਿਮੋਥੀਅਸ ਉਹਦਾ ਪਹਿਲਾ ਬਾਬ ਤੇ ਉਹਦੀ 18 ਆਇਤ ਪਹਿਲਾ ਤਿਮੋਥੀਅਸ 1:18 ਹੇ ਮੇਰੇ ਬੱਚੇ ਤਿਮੋਥੀਅਸ ਉਹਨਾਂ ਸਾਰੀਆਂ ਭਵਿੱਖਬਾਣੀਆਂ ਦੇ ਆਧਾਰ ਤੇ ਜੋ ਪਹਿਲਾਂ ਹੀ ਤੇਰੇ ਬਾਰੇ ਕੀਤੀਆਂ ਗਈਆਂ ਹਨ ਮੈਂ ਤੈਨੂੰ ਇਹ ਹੁਕਮ ਦਿੰਦਾ ਹਾਂ ਤੂੰ ਉਹਨਾਂ ਦੇ ਆਧਾਰ ਤੇ ਚੰਗੀ ਲੜਾਈ ਨੂੰ ਲੜਦਾ ਰਹਿ Amen. It talks about the changi ladai, the good fight. ਇਹ ਗੱਲ ਕਰ ਰਿਹਾ ਇੱਥੇ ਤਿਮੋਥੀਅਸ ਚੰਗੀ ਲੜਾਈ ਅੱਛੀ ਲੜਾਈ ਲੜਨ ਦੇ ਬਾਰੇ And so you and I have to be the ones who will fight the good fight. ਮੈਨੂੰ ਤੇ ਤੁਹਾਨੂੰ ਉਹੋ ਹੀ ਬਣਨਾ ਹੈ ਉਹਨਾਂ ਵਿੱਚੋਂ ਇੱਕ ਹੋਣਾ ਹੈ ਜਿਹੜੇ ਅੱਛੀ ਲੜਾਈ ਲੜਦੇ so that the people will be able to fulfill what God has said upon their lives. ਤਾਂ ਕਿ ਜਿਹੜੇ ਲੋਕ ਨੇ ਉਹ ਇਸ ਚੀਜ਼ ਨੂੰ ਪੂਰਾ ਕਰ ਸਕਣ ਜੋ ਪ੍ਰਭੂ ਨੇ ਉਹਨਾਂ ਦੀ ਜ਼ਿੰਦਗੀ ਦੁਆਰਾ ਕਿਹਾ Because the end process or the fruit has to be that they become like Jesus. ਇਹਦਾ ਆਖਰੀ ਜਿਹੜਾ ਫਲ ਹੈ ਔਰ ਇਹ ਜੋ ਬਣਨਾ ਚਾਹੀਏ ਉਹਨਾਂ ਦਾ ਉਹ ਇਹ ਵੇ ਕਿ ਪ੍ਰਭੂ ਯਿਸੂ ਦੀ ਤਰ੍ਹਾਂ ਬਣਨ Let us not just do spiritual warfare when we are in need. This has to be a lifestyle. ਇਹ ਸਿਰਫ ਉਦੋਂ ਹੀ ਨਹੀਂ ਹੋਣਾ ਚਾਹੀਦਾ ਜਦੋਂ
ਸਾਡੀ ਜਿਹੜੀ ਆਤਮਿਕ ਲੜਾਈ ਹੈ ਇਹ ਉਦੋਂ ਹੀ ਨਹੀਂ ਸਾਨੂੰ ਲੜਨੀ ਚਾਹੀਦੀ ਜਦੋਂ ਸਾਨੂੰ ਇਹਦੀ ਜ਼ਰੂਰਤ ਹੋਏ। ਇਹ ਸਾਡਾ ਜਿੱਦਾਂ ਸਾਨੂੰ ਇੱਦਾਂ ਹੀ ਬਣਨਾ ਆ, ਸਾਡੀ ਜ਼ਿੰਦਗੀ ਇੱਦਾਂ ਹੈ, ਸਾਡੀ ਜ਼ਿੰਦਗੀ ਦਾ ਇਹ ਹਿੱਸਾ ਬਣ ਜਾਏ। We cannot become lazy, but we must be alert and watchful all the time. ਸਾਨੂੰ ਹਮੇਸ਼ਾ ਜਿਹੜਾ ਇਹਦਾ ਧਿਆਨ ਰੱਖਣਾ ਹੈ, ਸੁਸਤ ਨਹੀਂ ਹੋਣਾ, ਹਮੇਸ਼ਾ ਸਾਨੂੰ ਜਮੇ ਰਹਿਣਾ, ਦੇਖਦੇ ਰਹਿਣਾ, ਹੁਸ਼ਿਆਰ ਰਹਿਣਾ। And then we will be able to also have less problems when we are alert and watchful. ਫਿਰ ਜਦੋਂ ਅਸੀਂ ਜਾਗਦੇ ਰਵਾਂਗੇ, ਅਸੀਂ ਧਿਆਨ ਰੱਖਦੇ ਰਵਾਂਗੇ ਤੇ ਸਾਡੀਆਂ ਜਿਹੜੀਆਂ ਮੁਸੀਬਤਾਂ ਨੇ ਉਹ ਵੀ ਘੱਟ ਹੋਣਗੀਆਂ। There will be sometimes difficulties and trials. ਸਾਡੇ ਲਈ ਮੁਸ਼ਕਲਾਂ ਤੇ ਜਿਹੜੀਆਂ ਤਕਲੀਫਾਂ ਨੇ ਉਹ ਹੋ ਸਕਦੀਆਂ ਨੇ। But through all situations, God will help us to be an overcomer. ਪਰ ਸਾਰੇ ਇਹਨਾਂ ਮੁਸ਼ਕਲਾਂ ਦੇ ਵਿੱਚ ਪ੍ਰਭੂ ਸਾਡਾ ਧਿਆਨ ਰੱਖਦੇ ਨੇ ਔਰ ਸਾਨੂੰ ਜਿਹੜਾ ਹੈ ਉਹ ਇਹਦੇ ਉੱਤੇ ਪੂਰਾ ਆਉਣ ਦੀ ਮਦਦ ਪ੍ਰਭੂ ਕਰਨਗੇ। Because the Bible says that God gives grace to the humble. ਕਿਉਂਕਿ ਲਿਖਿਆ ਹੈ ਕਿ ਜਿਹੜੇ ਦਿਲ ਦੇ ਪਾਕ ਹੁੰਦੇ ਆ, ਜਿਹੜੇ ਉਹ ਪ੍ਰਭੂ ਜਿਹੜਾ ਉਹ ਉਹਨਾਂ ਦੀ ਮਦਦ ਕਰਦੇ ਆ। James chapter 4 verses 6 and 7. ਜੇਮਸ ਉਹਦਾ ਚੈਪਟਰ 4 ਉਹਦੀ ਵਰਸ 6 ਤੇ 7 ਨੂੰ ਅਸੀਂ ਪੰਜਾਬੀ ਦੇ ਵਿੱਚ ਰਿਕਾਰਡਿੰਗ ਸੁਣਾਂਗੇ। ਯਾਕੂਬ ਦੀ ਪੱਤਰੀ ਉਹਦੀ 4 ਚੈਪਟਰ ਉਹਦੀ 6 ਤੇ 7 ਆਇਤ ਉਹਦੇ ਵਿੱਚ ਲਿਖਿਆ ਹੈ, ਪਰ ਉਹ ਹੋਰ ਵੀ ਕਿਰਪਾ ਕਰਦਾ ਹੈ, ਇਸ ਕਾਰਨ ਉਹ ਕਹਿੰਦਾ ਹੈ ਕਿ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਉੱਤੇ ਕਿਰਪਾ ਕਰਦਾ ਹੈ। ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇ। So even if you go through difficult times and tough times, let us remain humble and God will help us to overcome the enemy and encounter him and defeat him. ਭਾਵੇਂ ਸਮੇਂ ਮੁਸ਼ਕਲ ਹੋਵੇ, ਤਕਲੀਫ ਆਏ, ਪਰੇਸ਼ਾਨੀ ਹੋਏ, ਅਸੀਂ ਹਲੀਮ ਰਹਿਣਾ ਔਰ ਜਦੋਂ ਅਸੀਂ ਹਲੀਮ ਰਵਾਂਗੇ ਤੇ ਪ੍ਰਭੂ ਸਾਡੀ ਮਦਦ ਕਰਨਗੇ ਔਰ ਉਹ ਸ਼ੈਤਾਨ ਦੇ ਉੱਤੇ ਸਾਨੂੰ ਜਿਹੜਾ ਫਤਹ ਦੇਣਗੇ। Because it says he gives grace to the humble but he resists the proud. ਔਰ ਜਿਹੜੇ ਗਰੂਰ ਕਰਦੇ ਨੇ ਉਹ ਉਹਨਾਂ ਦਾ ਮੁਕਾਬਲਾ ਕਰਦਾ ਹੈ ਔਰ ਜਿਹੜੇ ਹਲੀਮ ਨੇ, ਹਲੀਮ ਦਿਲ ਨੇ, ਉਹ ਉਹਨਾਂ ਦੀ ਮਦਦ ਕਰਦਾ ਹੈ। So we must be praying for those people that God has entrusted us, that they will grow in humility, in humbleness. ਔਰ ਅਸੀਂ ਉਹਨਾਂ ਲੋਕਾਂ ਦੇ ਲਈ ਦੁਆ ਕਰਨੀ ਹੈ ਜਿਹੜੇ ਲੋਕ ਕਿ ਨਿਮਰਤ ਦੇ ਵਿੱਚ ਜਿਹੜਾ ਉਹ ਵਧਣ, ਹਲੀਮ ਬਣਨ। Because pride can easily take over people's lives. ਕਿਉਂਕਿ ਜਿਹੜਾ ਗਰੂਰ ਹੈ ਜਿਹੜਾ ਉਹ ਜ਼ਿੰਦਗੀ ਨੂੰ ਜਿਹੜਾ ਉਹ ਨਰਸ਼ ਕਰ ਦਿੰਦਾ ਹੈ, ਤਬਾਹ ਕਰ ਦਿੰਦਾ ਹੈ। And the one who is not willing to say sorry easily will never grow. ਔਰ ਜੋ ਕਿ ਆਸਾਨੀ ਦੇ ਨਾਲ ਜਿਹੜਾ ਕਿ ਉਹ ਮਾਫੀ ਨਾ ਮੰਗੇ, ਉਹਦਾ ਅੱਗੇ ਵਧਣਾ, ਜ਼ਿੰਦਗੀ ਦੇ ਵਿੱਚ ਤਰੱਕੀ ਕਰਨਾ ਉਹ ਬਹੁਤ ਮੁਸ਼ਕਿਲ ਹੈ। So we do our part well by interceding, standing in the gap and praying and fasting for people ਅਸੀਂ ਆਪਣਾ when it is needed. ਅਸੀਂ ਸਾਡਾ ਜਿਹੜਾ ਕਿਰਦਾਰ ਹੈ, ਸਾਡਾ ਜਿਹੜਾ ਕੰਮ ਹੈ ਉਹ ਦੁਆ ਕਰਨਾ, ਦਰਮਿਆਨ ਦੇ ਵਿੱਚ ਖੜੇ ਹੋਣਾ, ਲੋਕਾਂ ਦੇ ਲਈ ਰੋਜ਼ਾ ਰੱਖ ਕੇ ਦੁਆ ਕਰਨਾ, ਅਸੀਂ ਇਹ ਸਾਡਾ ਕੰਮ ਹੈ ਕਰਨਾ। Because in Hebrews chapter 7 verse 25, ਇਬਰਾਨੀਓ ਦੇ ਵਿੱਚ 7 ਬਾਬ ਉਹਦੀ 25 ਆਇਤ ਦੇ ਵਿੱਚ ਲਿਖਿਆ ਹੈ that the church was praying ਕਿ ਕਲੀਸਿਆ ਜਿਹੜੀ ਉਹ ਦੁਆ ਕਰ ਰਹੀ ਸੀ। and that is the responsibility of the church, to pray and pray. ਔਰ ਇਹੋ ਹੀ ਜਿਹੜਾ ਉਹ ਕਲੀਸਿਆ ਦਾ ਕੰਮ ਹੈ, ਕਲੀਸਿਆ ਦੀ ਜ਼ਿੰਮੇਵਾਰੀ ਆ ਕਿ ਉਹ ਦੁਆ ਕਰਨ। God has called us to an Esther ministry. I'll tell you what it means by Esther ministry. ਪ੍ਰਭੂ ਨੇ ਜਿਹੜਾ ਉਹ ਸਾਨੂੰ ਬੁਲਾਇਆ ਹੈ ਐਸਤਰ ਮਿਨਿਸਟਰੀ ਵਾਸਤੇ। ਮੈਂ ਉਹਦੇ ਬਾਰੇ ਤੁਹਾਨੂੰ ਦੱਸਦਾ ਹਾਂ ਕੀ ਹੈ। Esther was a queen and she went to the king and she risked her life. ਐਸਤਰ ਜਿਹੜੀ ਉਹ ਇੱਕ ਮਲਕਾ ਸੀ ਔਰ ਉਹ ਬਾਦਸ਼ਾਹ ਕੋਲ ਗਈ ਔਰ ਉਹਨੇ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਬਦਲੀ। And she could have lost her life. ਉਹ ਆਪਣੀ ਜ਼ਿੰਦਗੀ ਵੀ ਉਹ ਖੋ ਸਕਦੀ ਸੀ। But when she came to know that the Jewish people would be killed and there was a decree passed, she went to the king and she begged to save their lives. ਉਹਨੂੰ ਉਹ ਇਸ ਚੀਜ਼ ਦਾ ਡਰ ਸੀ ਕਿ ਉਹ ਆਪਣੀ ਜ਼ਿੰਦਗੀ ਖੋ ਦੇਗੀ। ਇਹਦੇ ਬੜਾ ਖਤਰਾ ਸੀ
ਕਿ ਉਹ ਆਪਣੀ ਜ਼ਿੰਦਗੀ ਖੋ ਦੇਗੀ, ਲੇਕਿਨ ਉਹਨੇ ਆਪਣੇ ਯਹੂਦੀ ਆਪਣੇ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਉਹਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਮੁਸ਼ਕਲ ਦੇ ਵਿੱਚ And many times as leaders we need to make big sacrifices. ਬਥੇਰੀ ਦਫਾ ਅਸੀਂ ਜਿਹੜੇ ਲੀਡਰ ਹਾਂ ਸਾਨੂੰ ਬੜੀਆਂ ਮੁਸ਼ਕਲਾਂ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਪਾਣਾ ਪੈਂਦਾ ਹੈ। God will give us the grace for that. ਔਰ ਖੁਦਾ ਸਾਨੂੰ ਇਹਦੇ ਲਈ ਫਜ਼ਲ ਦੇਗਾ। Hallelujah. ਹਾਲੇਲੂਇਆ। My prayer is that you will learn a lot and you will grow in loving the people, caring for them, looking after them. ਮੇਰੀ ਦੁਆ ਹੈ ਕਿ ਤੁਸੀਂ ਇਹਦੇ ਵਿੱਚ ਬਹੁਤ ਵਧੋਗੇ, ਲੋਕਾਂ ਨੂੰ ਮੁਹੱਬਤ ਕਰਨ ਦੇ ਲਈ, ਲੋਕਾਂ ਨੂੰ ਅੱਗੇ ਲਿਜਾਣ ਦੇ ਲਈ ਪ੍ਰਭੂ ਦੇ ਵਿੱਚ, ਔਰ ਉਹਨਾਂ ਦੀ ਜ਼ਿੰਦਗੀ ਨੂੰ ਬਦਲਣ ਦੇ ਲਈ। When there is weakness, you will bring strength. ਜਿੱਥੋਂ ਉੱਥੇ ਕੋਈ ਕਮੀ ਕਮਜ਼ੋਰੀ ਹੈ ਤੁਸੀਂ ਉੱਥੇ ਤਾਕਤ ਤੇ ਕੂਵਤ ਦਿਓਗੇ। Where there will be sin, you will live uprightly and you will become an example and intercede for people. ਔਰ ਜਦੋਂ ਇੱਥੇ ਕੋਈ ਗੁਨਾਹ ਹੋਏਗਾ ਤੁਸੀਂ ਅੱਗੇ ਵੱਧ ਕੇ ਲੋਕਾਂ ਦੇ ਲਈ ਦਰਮਿਆਨੀ ਬਣੋਗੇ, ਔਰ ਉਹਨਾਂ ਦੇ ਲਈ ਜਿਹੜਾ ਤੁਸੀਂ ਅੱਗੇ ਵੱਧ ਕੇ ਉਹਨਾਂ ਦੇ ਲਈ ਨਮੂਨਾ ਬਣੋਗੇ। Where there is fear, you will bring courage and support. ਜਦੋਂ ਉੱਥੇ ਕੋਈ ਡਰ ਹੈ, ਖਤਰਾ ਹੋਏਗਾ, ਕੋਈ ਮਾਯੂਸੀ ਹੋਏਗੀ, ਤੁਸੀਂ ਅੱਗੇ ਵੱਧ ਕੇ ਤੇ ਉਹਨਾਂ ਦਾ ਸਾਥ ਦਿਓਗੇ ਤੇ ਉਹਨਾਂ ਨੂੰ ਕੂਵਤ ਦਿਓਗੇ। Where there is discouragement, you will bring encouragement. ਜਿੱਥੇ ਇੱਥੇ ਕੋਈ ਜਿਹਨੂੰ ਕਿ ਜਿਹੜਾ ਕੋਈ ਦਿਲ ਕਿਸੇ ਦਾ ਮਾੜਾ ਹੈ, ਕਿਸੇ ਨੂੰ ਕੋਈ ਕਿਸੇ ਗੱਲ ਤੋਂ ਉਹ ਮਾਯੂਸ ਹੋ ਗਏ ਨੇ, ਤੁਸੀਂ ਅੱਗੇ ਵੱਧ ਕੇ ਉਹਨਾਂ ਨੂੰ ਉਮੀਦ ਦਿਲਾਓਗੇ, ਉਹਨਾਂ ਦੀ ਉਮੀਦ ਬਣੋਗੇ ਔਰ ਉਹਨਾਂ ਦੇ ਦਿਲ ਨੂੰ ਤਸੱਲੀ ਦਿਓਗੇ। Where there is worldliness, you'll display holiness. ਜਦੋਂ ਇੱਥੇ ਕੋਈ ਦੁਨਿਆਵੀ ਚੀਜ਼ਾਂ ਨੇ, ਜਿਹੜੇ ਕਿਸੇ ਨੂੰ ਦੁਨਿਆਵੀ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਫਸ ਗਏ ਨੇ, ਤੁਸੀਂ ਉਹਨਾਂ ਨੂੰ ਮੁਕੱਦਸ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਪ੍ਰਭੂ ਦੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਬਾਰੇ ਤੁਸੀਂ ਉਹਨਾਂ ਨੂੰ ਦੱਸੋਗੇ। If you see something missing and there is a gap, you will be the one to fill the gap. ਔਰ ਅਗਰ ਤੁਸੀਂ ਦੇਖੋਗੇ ਕਿ ਕਿਸੇ ਕੋਈ ਚੀਜ਼ ਦੀ ਕਮੀ ਹੈ, ਕੋਈ ਗੈਪ ਹੈ ਕਿਸੇ ਦੀ ਜ਼ਿੰਦਗੀ ਦੇ ਵਿੱਚ, ਤੁਸੀਂ ਦਰਮਿਆਨੀ ਬਣੋਗੇ ਔਰ ਉਸ ਜਗ੍ਹਾ ਨੂੰ, ਉਸ ਖਲਾ ਨੂੰ ਪੂਰਾ ਕਰੋਗੇ। Jesus is building his church and you are a big part of that. ਪ੍ਰਭੂ ਯਿਸੂ ਆਪਣੀ ਕਲੀਸਿਆ ਬਣਾ ਰਹੇ ਨੇ ਔਰ ਤੁਸੀਂ ਉਹਦਾ ਬਹੁਤ ਵੱਡਾ ਹਿੱਸਾ। And he has trusted you with the task of looking after his people. ਔਰ ਪ੍ਰਭੂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ, ਪ੍ਰਭੂ ਤੁਹਾਡੇ ਤੇ ਵਿਸ਼ਵਾਸ ਕਰਦਾ ਹੈ ਕਿ ਤੁਹਾਨੂੰ ਉਹਨੇ ਇੱਕ ਕੰਮ ਦਿੱਤਾ ਹੈ ਕਿ ਤੁਸੀਂ ਉਹਦੇ ਲੋਕਾਂ ਦੀ ਦੇਖਭਾਲ ਕਰੋ, ਉਹਨਾਂ ਦੇ ਲੋਕਾਂ ਦੀ ਖਿਆਲ ਰੱਖੋ। The people are not commodities or materials or things. They are unique and precious and valuable to God. ਜਿਹੜੇ ਲੋਕ ਨੇ ਉਹ ਕੋਈ ਚੀਜ਼ ਨਹੀਂ ਨੇ, ਉਹ ਕੋਈ ਐਸਾ ਖਾਲੀ ਕੋਈ ਐਸੀ ਕਿਤੇ ਕੋਈ ਤਰੀ ਹੋਈ ਕੋਈ ਚੀਜ਼ ਨਹੀਂ ਨੇ, ਉਹ ਬਹੁਤ ਹੀ ਜ਼ਰੂਰੀ ਨੇ ਔਰ ਬਹੁਤ ਹੀ ਜ਼ਿਆਦਾ ਉਹਨਾਂ ਦੀ ਕੀਮਤ ਹੈ ਪ੍ਰਭੂ ਦੀ ਨਜ਼ਰਾਂ ਦੇ ਵਿੱਚ। I touched in the beginning about that other churches are not our enemies as well. ਮੈंने ਸ਼ੁਰੂ ਦੇ ਵਿੱਚ ਤੁਹਾਨੂੰ ਇਹ ਗੱਲ ਕਹੀ ਸੀ ਕਿ ਜਿਹੜੇ ਦੂਸਰੇ ਚਰਚ ਨੇ ਉਹ ਸਾਡੇ ਦੁਸ਼ਮਣ ਨਹੀਂ ਨੇ। Because it is the enemy who tries to make us fight against other churches as well. ਇਹ ਦੁਸ਼ਮਣ ਹੀ ਹੈ ਜਿਹੜਾ ਸਾਨੂੰ ਦੂਸਰੇ ਚਰਚਾਂ ਦੇ ਨਾਲ ਲੜਾਣੇ ਦੇ ਵਿੱਚ ਜੁੜਿਆ ਰਹਿੰਦਾ ਹੈ। But we must be blessing the other churches. ਪਰ ਸਾਨੂੰ ਬਰਕਤ ਦਾ ਬਾਇਸ ਬਣਨਾ ਚਾਹੀਏ Even if ਦੂਸਰੇ ਚਰਚਾਂ ਦੇ ਲਈ। Even if they have a different doctrine than us. ਭਾਵੇਂ ਉਹਨਾਂ ਦੀ ਜਿਹੜੀ ਸਿੱਖਿਆ ਉਹ ਸਾਡੇ ਕੋਲੋਂ ਅਲੱਗ ਹੋਵੇ। I'm not talking about the churches with false doctrines, okay? ਮੈਂ ਉਹਨਾਂ ਕਲੀਸਿਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਕਿ ਝੂਠੀ ਸਿੱਖਿਆ ਦਿੰਦੇ ਨੇ। I'm talking about those churches who have got a slightly different version from what we are doing in our church. ਮੈਂ ਉਹਨਾਂ ਕਲੀਸਿਆਵਾਂ ਦੀ ਗੱਲ ਕਰ ਰਿਹਾ ਜਿਹੜੇ ਨੇ ਸਾਡੇ ਕੋਲੋਂ ਥੋੜੇ ਜਿਹੇ ਅਲੱਗ ਨੇ ਸਿੱਖਿਆ ਦੇ ਵਿੱਚ। And we must be blessing the churches in Cyprus and beyond. ਸਾਨੂੰ ਚਾਹੀਦਾ ਕਿ ਅਸੀਂ ਸਾਈਪਰਸ ਦੇ ਵਿੱਚ ਔਰ ਅੱਗੇ ਜਿਹੜੇ ਚਰਚਸ ਨੇ ਉਹਨਾਂ ਨੂੰ ਅਸੀਂ ਬਰਕਤ ਦਈਏ। And God will bless us when we bless others. ਔਰ ਪ੍ਰਭੂ ਸਾਨੂੰ ਬਰਕਤ ਦਿੰਦੇ ਨੇ ਜਦੋਂ ਅਸੀਂ ਦੂਸਰਿਆਂ ਨੂੰ ਬਰਕਤ ਦਿੰਦੇ ਹਾਂ। Last thing I want to say is that in our spiritual warfaring, it is important that we do spiritual warfare in the spirit, that is by praying in tongues. ਔਰ ਸਾਡੀ ਜਿਹੜੀ ਆਤਮਿਕ ਲੜਾਈ ਆ ਉਹਦੇ ਵਿੱਚ ਜਿਹੜੀ ਸਾਡੀ ਆਤਮਿਕ ਲੜਾਈ ਜਿਹੜੀ ਸੀ ਆਪਣੇ ਅੰਦਰ ਦੀ ਜਿਹੜੀ ਇੱਕ ਆਤਮਿਕ ਲੜਾਈ ਲੜਦੇ ਆ ਉਹ ਜਿਹੜੀ ਹੈ ਸਾਨੂੰ ਉਹ ਗੈਰ ਜ਼ੁਬਾਨ ਦੇ ਵਿੱਚ ਦੁਆ ਕਰਕੇ ਲੜਨੀ ਬਹੁਤ ਜ਼ਰੂਰੀ ਹੈ। Now again I will not teach on this topic about the importance of praying or speaking in tongues. ਮੈਂ ਦੁਬਾਰਾ ਜਿਹੜਾ ਉਹ
ਕਹਿਣਾ ਚਾਹ ਰਿਹਾ ਕਿ ਅਸੀਂ ਇਸ ਚੀਜ਼ ਤੇ ਗੱਲ ਨਹੀਂ ਕਰਾਂਗੇ, ਇਸ ਚੀਜ਼ ਤੇ ਸਿੱਖਿਆ ਨਹੀਂ ਦੇਵਾਂਗੇ ਕਿ ਗੈਰ ਜ਼ੁਬਾਨ ਦੇ ਵਿੱਚ ਦੁਆ ਕਰਨਾ ਜਾਂ ਗੈਰ ਜ਼ੁਬਾਨ ਬੋਲਣਾ। But praying in tongues, I believe, will be another topic for stage 4. ਅਸੀਂ ਜਿਹੜਾ ਇਹਦਾ ਚੌਥਾ ਜਿਹੜਾ ਅਧਿਆਇ ਅਸੀਂ ਲੈ ਕੇ ਆਵਾਂਗੇ, ਚੌਥਾ ਹਿੱਸਾ ਜਿਹੜਾ ਲੈ ਕੇ ਆਵਾਂਗੇ, ਉਹ ਅਸੀਂ ਗੈਰ ਜ਼ੁਬਾਨ ਦੇ ਵਿੱਚ ਗੱਲ ਕਰਨਾ ਜਿਹੜਾ ਉਹ ਕਿੰਨਾ ਜ਼ਰੂਰੀ ਹੈ ਔਰ ਕਿਵੇਂ ਹੋਣਾ ਚਾਹੀਏ ਉਹਦੇ ਤੇ ਕਰਾਂਗੇ। So in spiritual warfare, we are covering that the most important things are prayer and intercession, because intercession is a higher level of praying. ਜਿਹੜੀ ਸਾਡੀ ਅੱਜ ਦਾ ਜਿਹੜਾ ਸਾਡਾ ਸਿੱਖਿਆ ਜਿਹੜੀ ਆਤਮਿਕ ਜਿਹੜੀ ਸਾਡੀ ਲੜਾਈ ਆ ਉਹਦੇ ਵਿੱਚ ਦੁਆ ਕਰਨਾ, ਔਰ ਦੁਆ ਜਿਹੜੀ ਹੈ ਉਹ ਪੂਰੇ ਰੂਹ ਦੇ ਨਾਲ ਕਰਨਾ, ਪੂਰੇ ਇੱਕ ਤਰੀਕੇ ਦੇ ਨਾਲ ਕਰਨਾ, ਪੂਰੀ ਤਾਕਤ ਦੇ ਨਾਲ ਕਰਨਾ, ਉਹ ਅਸੀਂ ਅੱਜ ਦੇ ਲਈ ਸਿੱਖਿਆ ਬਹੁਤ ਜ਼ਰੂਰੀ ਹੈ ਜਿਹੜੀ ਸਾਡੀ। And including fasting is also part of that. You can include that. ਰੋਜ਼ਾ ਜਿਹੜਾ ਰੱਖਣਾ ਹੈ ਉਹ ਵੀ ਇਹਦੇ ਵਿੱਚ ਅਸੀਂ ਜ਼ਰੂਰ ਸ਼ਾਮਿਲ ਕਰ ਸਕਦੇ ਹਾਂ ਔਰ ਇਹ ਬਹੁਤ ਜ਼ਰੂਰੀ ਹੈ। And also praying in the spirit becomes another big part of that. ਔਰ ਰੂਹ ਦੇ ਵਿੱਚ ਦੁਆ ਕਰਨਾ ਜਿਹੜਾ ਉਹ ਇੱਕ ਬਹੁਤ ਹੀ ਇਹਦਾ ਵੱਡਾ ਹਿੱਸਾ ਹੈ। As it says in Ephesians chapter 6, ਇਫਸੀਓਂ ਉਹਦਾ 6 ਬਾਬ, pray in the spirit all the time. ਕਿ ਦੁਆ ਕਰੋ, ਰੂਹ ਦੇ ਵਿੱਚ ਦੁਆ ਕਰੋ ਹਰ ਸਮੇਂ। So that means that we have to be praying in the spirit, praying in the tongue language that God has given us. ਔਰ ਇਹਦਾ ਮਤਲਬ ਹੈ ਕਿ ਸਾਨੂੰ ਜਿਹੜਾ ਹੈ ਉਹ ਰੂਹਾਨੀ ਜਿਹੜੀ ਦੁਆ ਹੈ ਉਹ ਗੈਰ ਜ਼ੁਬਾਨ ਦੇ ਵਿੱਚ ਅਸੀਂ ਹਰ ਵਕਤ ਸਮੇਂ ਦੁਆ ਕਰੀਏ। So we are coming to a close, and we have seen that we have covered mostly the issue with the Christians, the body of Christ, that they are not our enemies, but we must work with them, love them, help them, care for them, pray for them. ਔਰ ਅਸੀਂ ਹੁਣ ਜਦੋਂ ਅਸੀਂ ਖ਼ਤਮ ਕਰਨ ਲੱਗੇ ਹਾਂ ਆਪਣੀ ਅੱਜ ਦੀ ਸਿੱਖਿਆ ਨੂੰ, ਅਸੀਂ ਨੇ ਇਹਦੇ ਵਿੱਚ ਦੇਖਿਆ, ਅਸੀਂ ਇਹ ਸਿੱਖਿਆ ਕਿ ਜਿਹੜੇ ਸਾਡੇ ਮਸੀਹੀ ਆ, ਸਾਡੇ ਜਿਹੜੇ ਮਸੀਹ ਭੈਣ ਭਰਾ ਸਾਡੇ ਦੁਸ਼ਮਣ ਨਹੀਂ ਆ, ਬਲਕਿ ਸਾਨੂੰ ਉਹਨਾਂ ਦੇ ਲਈ ਦੁਆ ਕਰਨੀ ਹੈ, ਸਾਨੂੰ ਰੋਜ਼ਾ ਰੱਖ ਕੇ ਦੁਆ ਕਰਨੀ ਹੈ, ਰੂਹ ਦੇ ਵਿੱਚ ਸਾਨੂੰ ਦੁਆ ਕਰਨੀ ਹੈ, ਔਰ ਉਹਨਾਂ ਦੇ ਲਈ ਅਸੀਂ ਦਰਮਿਆਨੀ ਬਣਨਾ ਹੈ ਤਾਂ ਕਿ ਉਹਨਾਂ ਨੂੰ ਅਸੀਂ ਪ੍ਰਭੂ ਯਿਸੂ ਦੇ ਕਰੀਬ ਲਿਆ ਸਕੀਏ। In part 2 of spiritual warfare, ਦੂਜੇ ਹਿੱਸੇ ਦੇ ਵਿੱਚ ਜਿਹੜੀ ਆਤਮਿਕ ਸਾਡੀ ਲੜਾਈ ਆ, ਜੰਗ ਆ, ਉਹਦੇ ਦੂਜੇ ਹਿੱਸੇ ਦੇ ਵਿੱਚ we will be going outside the church. ਅਸੀਂ ਜਿਹੜਾ ਉਹ ਚਰਚ ਤੋਂ ਬਾਹਰ ਜਾ ਕੇ We are going to be dealing with lots of heavy spirits. ਫਿਰ ਅਸੀਂ ਜਿਹੜਾ ਭਾਰੀ ਜਿਹੜੀ ਰੂਹਾਨੀ ਤਾਕਤਾਂ ਨੇ ਉਹਨਾਂ ਦੇ ਬਾਰੇ 'ਚ ਅਸੀਂ ਗੱਲ ਕਰਾਂਗੇ। We will target some of the spirits that the enemy is using against the world and against the church. ਅਸੀਂ ਉਹਨਾਂ ਚੀਜ਼ਾਂ ਨੂੰ ਨਿਸ਼ਾਨਾ ਬਣਾਵਾਂਗੇ ਜਿਹੜੀਆਂ ਵੱਡੀਆਂ ਤਾਕਤਾਂ ਜਿਹੜੀਆਂ ਨੇ, ਸ਼ੈਤਾਨ ਜਿਹੜੀਆਂ ਨੇ, ਰੂਹਾਨੀ ਵੱਡੀਆਂ ਤਾਕਤਾਂ ਜਿਹੜੀਆਂ ਉਹ ਚਰਚ ਦੇ ਲਈ ਔਰ ਚਰਚ ਦੇ ਲੋਕਾਂ ਦੇ ਲਈ ਉਹਨਾਂ ਨੂੰ ਇਸਤੇਮਾਲ ਕਰਦਾ ਹੈ। And we can overcome ਔਰ ਅਸੀਂ ਉਹਨਾਂ ਤੇ ਪੂਰਾ ਆ ਸਕਦੇ ਹਾਂ by our testimony and by the blood of the Lamb. ਆਪਣੀ ਗਵਾਹੀਆਂ ਦੇ ਜ਼ਰੀਏ ਤੇ ਬਰਰੇ ਦੇ ਲਹੂ ਦੇ ਨਾਲ। Let's listen to Revelation 12. ਆਓ ਅਸੀਂ ਸੁਣੀਏ ਰੈਵਲੇਸ਼ਨ ਮੁਕਾਸ਼ਫਾ ਉਹਦਾ 12 ਬਾਬ ਉਹਦੀ 10 ਤੇ 11 ਆਇਤ ਨੂੰ। ਪ੍ਰਕਾਸ਼ ਦੀ ਪੋਥੀ ਉਹਦਾ 12 ਅਧਿਆਇ ਉਹਦੀ 10 ਅਤੇ 11 ਆਇਤ। ਅਤੇ ਮੈਂ ਇੱਕ ਵੱਡੀ ਆਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ, ਭਈ ਹੁਣ ਸਾਡੇ ਪਰਮੇਸ਼ਵਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹਦੇ ਮਸੀਹ ਦਾ ਇਖਤਿਆਰ ਹੋ ਗਿਆ, ਕਿਉਂ ਜੋ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ, ਜਿਹੜਾ ਸਾਡੇ ਪਰਮੇਸ਼ਵਰ ਦੇ ਹਜ਼ੂਰ ਉਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ, ਹੇਠਾਂ ਸੁੱਟਿਆ ਗਿਆ ਹੈ, ਅਤੇ ਉਹਨਾਂ ਦੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਸਾਖੀ ਦੇ ਵਚਨ ਦੇ ਕਾਰਨ ਉਹਨੂੰ ਜਿੱਤ ਲਿਆ ਅਤੇ ਮਰਨ ਤੀਕ ਆਪਣੀ ਜਾਨ ਨੂੰ ਪਿਆਰਾ ਨਾ ਜਾਤਾ। We are more than conquerors. ਅਸੀਂ ਜਿਹੜਾ ਉਹ ਫਤਿਹਮੰਦਾਂ ਫਤਿਹ ਜਿਹੜੇ ਲੋਕ ਹੁੰਦੇ ਨੇ ਉਹਨਾਂ ਕੋਲੋਂ ਵੀ ਵੱਧ ਕੇ। Amen. Amen. And so as we deal with the issues in the church and we become united and one, then we are ready to go out to battle and deal with the things that are outside, that are polluting the world and
polluting or coming against the churches. ਅਸੀਂ ਜਦੋਂ ਆਪਣੀ ਕਲੀਸਿਆ ਦੇ ਅੰਦਰ ਸਾਡੇ ਜਿਹੜੇ ਮਸਲੇ ਨੇ ਉਹਨਾਂ ਨੂੰ ਜਦੋਂ ਅਸੀਂ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਨਿਬੜਨੇ ਆ, ਆਪਣੇ ਚਰਚ ਦੇ ਜਿਹੜੇ ਸਾਡੇ ਮਸਲੇ ਨੇ, ਜਿਹੜੇ ਕਲੀਸਿਆ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ, ਜਦੋਂ ਉਹਨਾਂ ਨਾਲ ਅਸੀਂ ਨਿਬੜਨੇ ਆ, ਜਿਹੜੀ ਸਾਡੀ ਜਿਹੜੀ ਆਤਮਿਕ ਲੜਾਈ ਹੁੰਦੀ ਆ, ਤੇ ਫਿਰ ਜਦੋਂ ਅਸੀਂ ਬਾਹਰ ਜਿਹੜੇ ਜਾਂਦੇ ਆ ਨਾ, ਜਦੋਂ ਅਸੀਂ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਹੋ ਰਹੇ ਨੇ, ਜਦੋਂ ਕਲੀਸਿਆ ਤੋਂ ਬਾਹਰ ਜਿਹੜੇ ਮਸਲੇ ਹੁੰਦੇ ਨੇ, ਜਿਹੜਾ ਸ਼ੈਤਾਨ ਜਿਹੜੇ ਕੰਮ ਕਰ ਰਿਹਾ ਔਰ ਗੰਦਗੀ ਜਿਹੜੀ ਫੈਲਦੀ ਆ, ਉਹਨੂੰ ਅਸੀਂ ਫਿਰ ਰੋਕ ਸਕਦੇ ਹਾਂ. So we are doing our homework very well, and then once we have done our homework very well, we are going to go to target the other aspects of what the enemy is trying to target upon us. ਅਸੀਂ ਆਪਣੇ ਘਰ ਦੇ ਜਿਹੜਾ ਕੰਮ ਕਰ ਰਹੇ ਹਾਂ, ਸਾਨੂੰ ਜਿਹੜਾ ਘਰ ਦੇ ਲਈ ਕੰਮ ਦਿੱਤਾ ਗਿਆ, ਅਸੀਂ ਉਹ ਕਰ ਰਹੇ ਹਾਂ, ਅਸੀਂ ਉਹਨੂੰ ਅੱਛੇ ਤਰੀਕੇ ਦੇ ਨਾਲ ਕਰਨਾ ਹੈ. ਔਰ ਜਦੋਂ ਅਸੀਂ ਇਹ ਕਰ ਲਾਂਗੇ ਆਪਣੇ ਘਰ ਦਾ ਸਾਰਾ ਜਿਹੜਾ ਕੰਮ ਹੈ, ਫਿਰ ਅਸੀਂ ਬਾਹਰ ਨਿਕਲ ਕੇ ਤੇ ਜੋ ਦੁਸ਼ਮਣ ਜਿਨ੍ਹਾਂ ਚੀਜ਼ਾਂ ਨੂੰ ਨਿਸ਼ਾਨਾ ਬਣਾ ਰਿਹਾ, ਫਿਰ ਅਸੀਂ ਉਹਨਾਂ ਨੂੰ ਜਾ ਕੇ ਵੀ ਬਚਾ ਸਕਦੇ ਹਾਂ. So we shall see you in part 2 of spiritual warfare. ਅਸੀਂ ਤੁਹਾਨੂੰ ਆਤਮਿਕ ਲੜਾਈ ਉਹਦੇ ਦੂਸਰੇ ਹਿੱਸੇ ਦੇ ਵਿੱਚ ਮਿਲਾਂਗੇ. And I want to ask my brother to just finish this teaching with a prayer of blessing. ਮੈਂ ਆਪਣੇ ਭਰਾ ਨੂੰ ਕਹਾਂਗਾ ਕਿ ਉਹ ਅੱਜ ਦੀ ਜਿਹੜੀ ਸਿੱਖਿਆ ਉਹਨੂੰ ਦੁਆ ਦੇ ਨਾਲ ਖ਼ਤਮ ਕਰਨ. ਤੇ ਆਓ ਅਸੀਂ ਸਾਰੇ ਮਿਲ ਕੇ, ਤੁਸੀਂ ਜਿੰਨੇ ਇਸ ਵੀਡੀਓ ਦੇ ਦੁਆਰਾ ਸਾਨੂੰ ਦੇਖ ਰਹੇ ਹੋ, ਆਓ ਅਸੀਂ ਦੁਆ ਕਰੀਏ. ਔਰ ਇਹੋ ਹੀ ਅੱਜ ਅਸੀਂ ਸਿੱਖਿਆ ਕਿ ਅਸੀਂ ਇਹ ਜਿਹੜੀ ਲੜਾਈ ਹੈ ਉਹਨੂੰ ਰੂਹ ਦੇ ਵਿੱਚ ਦੁਆ ਕਰਕੇ ਔਰ ਪੂਰੇ ਦਿਲ ਦੇ ਨਾਲ ਔਰ ਪੂਰੇ ਜ਼ੋਰ ਦੇ ਨਾਲ ਦੁਆ ਕਰਕੇ ਅਸੀਂ ਅੱਜ ਇਸ ਸਿੱਖਿਆ ਤੋਂ ਇਹੀ ਸਿੱਖਿਆ ਕਿ ਅਸੀਂ ਦੁਆ ਦੇ ਨਾਲ ਇਹ ਜਿਹੜੀ ਆਤਮਿਕ ਲੜਾਈ ਉਹਨੂੰ ਜਿੱਤ ਸਕਦੇ ਹਾਂ. ਆਮੀਨ. ਹਾਲੇਲੂਇਆ, ਹਾਲੇਲੂਇਆ. ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅੱਜ ਇਸ ਸਮੇਂ ਦੇ ਲਈ ਪ੍ਰਭੂ, ਜਿਹੜਾ ਤੂੰ ਨੇ ਸਾਨੂੰ ਦਿਖਲਾਇਆ ਇਸ ਵੀਡੀਓ ਦੇ ਦੁਆਰਾ. ਜਿੰਨੇ ਤੇਰੇ ਦਾਸ, ਤੇਰੀ ਦਾਸੀਆਂ, ਜਿੰਨੇ ਲੋਕ ਪ੍ਰਭੂ ਜਿਹੜੇ ਤੇਰੇ ਕਲੀਸਿਆ ਦੇ ਵਿੱਚ, ਤੇਰੇ ਘਰ ਦੇ ਵਿੱਚ ਲੀਡਰਸ ਨੇ ਪ੍ਰਭੂ, ਅਸੀਂ ਉਹਨਾਂ ਦੇ ਲਈ ਤੇਰਾ ਸ਼ੁਕਰ ਕਰਨੇ ਹਾਂ ਪ੍ਰਭੂ. ਔਰ ਪ੍ਰਭੂ, ਅਸੀਂ ਖਾਸ ਤੌਰ 'ਤੇ ਲਈ ਸ਼ੁਕਰਗੁਜ਼ਾਰ ਹਾਂ ਤੇਰੇ ਖੁਦਾਵੰਦ ਕਿ ਤੂੰ ਨੇ ਸਾਨੂੰ ਇਹ ਸਮੇਂ ਦਿੱਤਾ, ਸਾਨੂੰ ਇਹ ਪ੍ਰਭੂ ਤੂੰ ਨੇ ਇਸ ਕਾਬਲ ਬਣਾਇਆ ਕਿ ਅਸੀਂ ਪ੍ਰਭੂ ਤੇਰੇ ਹਜ਼ੂਰ ਦੇ ਵਿੱਚ ਆ ਸਕੀਏ. ਇਹ ਪ੍ਰਭੂ ਅਸੀਂ ਦੁਆ ਕਰਨੇ ਹਾਂ ਕਿ ਅੱਜ ਦੀ ਜਿਹੜੀ ਟੀਚਿੰਗ ਹੋਈ ਹੈ ਪ੍ਰਭੂ, ਤੇਰੇ ਵਚਨ ਦੇ ਵਿੱਚੋਂ ਜੋ ਕੁਝ ਅਸੀਂ ਸਿੱਖਿਆ ਹੈ ਕਿ ਅਸੀਂ ਆਤਮਿਕ ਲੜਾਈ ਪ੍ਰਭੂ ਕਿਵੇਂ ਲੜਨੀ ਹੈ, ਔਰ ਪ੍ਰਭੂ ਕਿਵੇਂ ਅਸੀਂ ਦੂਸਰਿਆਂ ਨੂੰ ਬਚਾਉਣਾ ਹੈ ਪ੍ਰਭੂ, ਔਰ ਕਿਹੜੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਅਸੀਂ ਰੱਖਣਾ ਹੈ ਪ੍ਰਭੂ. ਇਹ ਪ੍ਰਭੂ ਅਸੀਂ ਦੁਆ ਕਰਨੇ ਹਾਂ ਕਿ ਜਿਹਨੇ ਇਸ ਟੀਚਿੰਗ ਨੂੰ ਸੁਣਨ ਉਹ ਬਰਕਤ ਤੇ ਆਸ਼ੀਸ਼ ਪਾਉਣ ਪ੍ਰਭੂ. ਇਸ ਵੀਡੀਓ ਦੇ ਦੁਆਰਾ ਉਹ ਬੜੀ ਬਰਕਤ ਪਾਉਣ. ਔਰ ਪ੍ਰਭੂ ਅਸੀਂ ਇਹ ਵੀ ਅੱਜ ਦੀ ਇਸ ਸਿੱਖਿਆ ਦੇ ਵਿੱਚੋਂ ਪ੍ਰਭੂ ਅਸੀਂ ਸਿੱਖਿਆ ਕਿ ਵਚਨ ਦੇ ਦੁਆਰਾ ਹੀ ਅਸੀਂ ਖੁਦ ਵੀ ਆਪਣੇ ਮਸਲਿਆਂ ਦਾ ਹੱਲ ਕੱਢ ਸਕਦੇ ਹਾਂ. ਇਹ ਪ੍ਰਭੂ ਅੱਜ ਦੀ ਇਸ ਮੀਟਿੰਗ ਤੋਂ ਸਾਰਿਆਂ ਨੂੰ ਬੜੀ ਬਰਕਤ ਦੇ. ਇਸ ਵੀਡੀਓ ਨੂੰ ਜਿਹੜਾ ਕੋਈ ਵੀ ਦੇਖਦਾ ਪ੍ਰਭੂ ਦੁਨੀਆ ਦੇ ਜਿਸ ਕੋਨੇ ਦੇ ਵਿੱਚ ਵੀ, ਪ੍ਰਭੂ ਅਸੀਂ ਦੁਆ ਕਰਦੇ ਹਾਂ ਕਿ ਉਹ ਬਰਕਤ ਪਾਉਣ ਇਸ ਵੀਡੀਓ ਤੋਂ. ਜੀਸਸ ਨੇ ਆਮੀਨ. 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 Smile.